ਇੰਦਰਜੀਤ ਹਸਨਪੁਰੀ ਦੀ ਕਵਿਤਾ ਦੇਵ ਤਰੀਕੇ ਵਾਲਾ। ਗੀਤ ਲਿਖੇ ਤੇ ਲੋਕ ਕਥਾਵਾਂ ਦੇਵ ਤਰੀਕੇ ਵਾਲਾ, ਦੱਸੇ ਕੀ ਹੁੰਦੀਆਂ ਨੇ ਮਾਵਾਂ ਦੇਵ ਤਰੀਕੇ ਵਾਲਾ। ਗੋਰਾ ਮੁਖੜਾ ਚਿੱਟੀ ਦਾੜੀ ਬਿਲਕੁਲ ਸਾਦ ਮੁਰਾਦਾ, ਪਿਆਰ ਮੁਹੱਬਤ ਦਾ ਪਰਛਾਵਾਂ ਦੇਵ ਤਰੀਕੇ ਵਾਲਾ। ਸਾਰੀ ਉਮਰ ਪੜ੍ਹਾ ਕੇ ਬੱਚੇ ਪਾਈ ਸੇਵਾ ਮੁਕਤੀ, ਹੁਣ ਵੰਡਦਾ ਠੰਡੀਆਂ ਛਾਵਾਂ ਦੇਵ ਤਰੀਕੇ ਵਾਲਾ। ਪਰਦੇਸਾਂ ਵਿੱਚ ਗਏ ਕੰਤ ਨੂੰ ਗੀਤ ਉਡੀਕਣ ਉਸਦੇ, ਹਰ ਅੱਖਰ ਵਿੱਚ ਭਰਦਾ ਹਵਾ ਦੇਵ ਤਰੀਕੇ ਵਾਲਾ। ਗਾਇਕ ਥਾਂ ਥਾਂ ਗੀਤ ਉਸਦੇ ਚਾਵਾਂ ਨਾਲ ਸੁਣਾਉਂਦੇ, ਹਰ ਕੋਈ ਚਾਵੇ ਮੈਂ ਵੀ ਗਾਵਾਂ ਦੇਵ ਤਰੀਕੇ ਵਾਲਾ। ਉਸਨੇ ਆਪਣੇ ਗੀਤਾਂ ਵਿੱਚ ਨੇ ਪਰਤਾਂ ਬਹੁ ਪਰਤਾਈਆਂ, ਪੇਂਡੂ ਕਲਚਰ ਦਾ ਸਿਰਨਾਵਾ ਦੇਵ ਤਰੀਕੇ ਵਾਲਾ। ਉਹ ਲੋਕਾਂ ਦਾ ਗੀਤਕਾਰ ਹੈ, ਲੋਕ ਦੀਵਾਨੇ ਉਸਦੇ, ਲੋਕ ਦਿਲਾਂ ਵਿੱਚ ਰੱਖਦਾ ਥਾਵਾਂ ਦੇਵ ਤਰੀਕੇ ਵਾਲਾ। ਉਂਝ ਕਹਾਣੀ ਵੀ ਲਿਖਦਾ ਹੈ, ਪਰ ਗੀਤਾਂ ਦਾ ਆਸ਼ਿਕ, ਲੈਂਦਾ ਗੀਤਾਂ ਦੀਆਂ ਬਲਾਵਾਂ ਦੇਵ ਤਰੀਕੇ ਵਾਲਾ। ਹਸਨਪੁਰੀ ਜੇ ਪੀਣ ਬੈਠੀਏ ਬੋਤਲ ਕਰਕੇ ਖਾਲੀ, ਫੇਰ ਆਖਦਾ ਹੋਰ ਮੰਗਾਵਾਂ ਦੇਵ ਤਰੀਕੇ ਵਾਲਾ, ਦੇਵ ਤਰੀਕੇ ਵਾਲਾ। ਰਜਿੰਦਰ ਜੀਤ ਦੀ ਕਵਿਤਾ ਹੈ ਦੇਵ। ਅੱਖਰਾਂ 'ਚੋਂ ਜ਼ਿੰਦਗੀ ਨੂੰ ਲੱਭਦਾ ਰਹਿੰਦਾ ਹੈ ਦੇਵ, ਜ਼ਿੰਦਗੀ ਦੀ ਤਾਲ ਉੱਤੇ ਧੜਕਦਾ ਰਹਿੰਦਾ ਹੈ ਦੇਵ। ਕਿੱਸਿਆਂ ਨੂੰ ਅੰਬਰਾਂ ਦੀ ਗੂੰਜ ਦੇ ਕਰਦਾ ਹੈ ਨਾ, ਕਿੱਸਿਆਂ ਦੇ ਪਾਤਰਾਂ ਨੂੰ ਮਹਿਕਦੀ ਦਿੰਦਾ ਹੈ ਛਾਂ। ਪਾਤਰਾਂ ਨੂੰ ਪਿਆਰਦਾ ਹੈ ਇਸ ਤਰ੍ਹਾਂ ਜਿੱਦਾਂ ਕਿ ਮਾਂ, ਹਰ ਗਲੀ ਹਰ ਮੋੜ ਤੇ ਹਰ ਦੁੱਖ ਵਿੱਚ ਫੜਦਾ ਹੈ ਬਾਂਹ। ਪਾਤਰਾਂ ਦੇ ਸੰਗ ਹੀ ਬਸ ਧੜਕਦਾ ਰਹਿੰਦਾ ਹੈ ਦੇਵ। ਉਸ ਨੂੰ ਟਿੱਲੇ ਤੇ ਖੜ ਕੇ ਹੋਣ ਦਰਸ਼ਨ ਹੀਰ ਦੇ, ਅੱਖਰਾਂ ਦੀ ਜੋਗ ਨੂੰ ਜਾਂਦਾ ਹੈ ਗੋਰਖ ਪੀਰ ਦੇ। ਮਿਰਜ਼ਾ ਬਣ ਕੇ ਬੈਠਦਾ ਹੈ ਹੇਠਾਂ ਜੰਡ ਕਰੀਰ ਦੇ, ਇਛਰਾਂ ਦੇ ਵਹਿਣ ਜਾਂਦੇ ਸੀਨਿਆਂ ਨੂੰ ਚੀਰਦੇ। ਬੀਤੀਆਂ ਪੌਣਾਂ ਦੇ ਪੰਨੇ ਪਰਤਦਾ ਰਹਿੰਦਾ ਹੈ ਦੇਵ। ਚਿੱਠੀਆਂ ਸਾਹਿਬਾਂ ਦੀਆਂ ਚੋਂ ਪੜ੍ਹ ਲਵੇ ਦਿਲ ਦਾ ਹਵਾਲ, ਰੰਨਾਂ ਚੰਚਲ ਹਾਰੀਆਂ ਨੂੰ ਕਰ ਰਿਹਾ ਕਿਧਰੇ ਸਵਾਲ। ਚੁੱਕ ਕੇ ਚੂਰੀ ਦਾ ਛੰਨਾ ਹੀਰ ਦੇ ਜਾਂਦਾ ਹੈ ਨਾਲ, ਇਸ਼ਕ ਨੂੰ ਸ਼ੀਸ਼ਾ ਵਿਖਾਉਣਾ ਉਸ ਦਾ ਪਹਿਲਾ ਕਮਾਲ। ਧਰਤ ਤੋਂ ਅਸਮਾਨ ਤੀਕਰ ਫੈਲਦਾ ਰਹਿੰਦਾ ਹੈ ਦੇਵ, ਅੱਖਰਾਂ 'ਚੋਂ ਜ਼ਿੰਦਗੀ ਨੂੰ ਲੱਭਦਾ ਰਹਿੰਦਾ ਹੈ ਦੇਵ, ਜ਼ਿੰਦਗੀ ਦੀ ਤਾਲ ਉੱਤੇ ਧੜਕਦਾ ਰਹਿੰਦਾ ਹੈ ਦੇਵ। ਪੱਥਰਾਂ 'ਚੋਂ ਪਾਣੀ ਆਉਂਦਾ ਵਹਿ ਰਿਹਾ ਚਸ਼ਮਾ ਜਿਵੇਂ, ਚੀਰ ਕੇ ਮਿੱਟੀ ਦਾ ਸੀਨਾ ਸਰਕਦਾ ਪਾਰਾ ਜਿਵੇਂ। ਆਪਣੇ ਚਿਹਰੇ ਨੂੰ ਬੈਠਾ ਵੇਖਦਾ ਸ਼ੀਸ਼ਾ ਜਿਵੇਂ, ਸਿਖਰਲੀ ਦੁਪਹਿਰ ਨੂੰ ਕੋਈ ਦਿਸ ਰਿਹਾ ਤਾਰਾ ਜਿਵੇਂ। ਬਸ ਉਵੇਂ ਹੀ ਹਿਰਦਿਆਂ 'ਚੋਂ ਝਾਕਦਾ ਰਹਿੰਦਾ ਹੈ ਦੇਵ। ਜਾਣਦਾ ਹੈ ਮੋਹ ਦੀਆਂ ਤੰਦਾਂ ਨੇ ਜੁੜਨਾ ਕਿਸ ਤਰ੍ਹਾਂ, ਜਾਣਦਾ ਹੈ ਖੰਡਰਾਂ ਨੇ ਮੁੜ ਤੋਂ ਮੁੜਨਾ ਕਿਸ ਤਰ੍ਹਾਂ। ਜ਼ਿੰਦਗੀ ਦੇ ਪਿਆਲਿਆਂ ਨੇ ਭਰਨਾ ਥੁੜਨਾ ਕਿਸ ਤਰ੍ਹਾਂ, ਸੂਲ ਨੇ ਜਾਂ ਪਿਆਰ ਦੀ ਅੱਡੀ 'ਚ ਪੁੜਨਾ ਕਿਸ ਤਰ੍ਹਾਂ। ਦਿਲ 'ਚ ਇਹ ਸੋਚਾਂ ਦਬਾ ਕੇ ਭਟਕਦਾ ਰਹਿੰਦਾ ਹੈ ਦੇਵ। ਗੀਤ ਕਲੀਆਂ ਸਿਰਜਦਾ ਇੱਕ ਮੀਲ ਪੱਥਰ ਬਣ ਗਿਆ, ਗੀਤ ਕਲੀਆਂ ਸਿਰਜਦਾ ਇੱਕ ਮੀਲ ਪੱਥਰ ਬਣ ਗਿਆ। ਸਿਰਜਣਾ ਉਸਦੀ ਦਾ ਜਲਵਾ ਸਬਜ਼ ਮੰਜ਼ਰ ਬਣ ਗਿਆ। ਅੱਖਰਾਂ ਦੇ ਤਾਰੂਆਂ ਲਈ ਇੱਕ ਸਾਗਰ ਬਣ ਗਿਆ।
ਕੁਸਮੁਸੇ ਅੰਦਰ ਜਿਵੇਂ ਇੱਕ ਧੁੱਪ ਦੀ ਕਾਤਰ ਬਣ ਗਿਆ, ਨੀਰ ਬਣ ਭੁੱਜਦੇ ਥਲਾਂ 'ਚ ਬਰਸਦਾ ਰਹਿੰਦਾ ਹੈ ਦੇਵ। ਮਨ 'ਚ ਹੈ ਸੁੱਚੀ ਉਡਾਰੀ, ਚਾਲ ਦੇ ਵਿੱਚ ਧੀਰ ਹੈ, ਮਾਖਿਓਂ ਮਿੱਠੀ ਜ਼ੁਬਾਂ ਵਿੱਚ ਇਸ਼ਕ ਦੀ ਤਾਸੀਰ ਹੈ। ਬਸ ਉਸੇ ਕਰਕੇ ਤਰੀਕੇ ਦਾ ਜਗਤ ਵਿੱਚ ਸੀਰ ਹੈ, ਬੁੱਕ ਭਰ ਭਰ ਚਾਨਣੀ ਦੀ ਡੋਲਦਾ ਰਹਿੰਦਾ ਹੈ ਦੇਵ। ਉਸ ਦਿਆਂ ਪੈਰਾਂ ਦੇ ਉੱਤੇ ਰੁਕਣ ਦਾ ਇਲਜ਼ਾਮ ਨਹੀਂ, ਉਸ ਦਿਆਂ ਪੈਰਾਂ ਦੇ ਉੱਤੇ ਰੁਕਣ ਦਾ ਇਲਜ਼ਾਮ ਨਹੀਂ, ਰੱਕੜਾਂ ਰੋਈਆਂ ਥਲਾਂ ਵਿੱਚ ਉਸ ਨੂੰ ਆਰਾਮ ਨਹੀਂ। ਟਹਿਕਦੇ ਮੱਥੇ ਥਕਾਵਟ ਦਾ ਜ਼ਰਾ ਵੀ ਨਾਮ ਨਹੀਂ, ਕੋਈ ਵੀ ਖਾਰਾ ਸਮੁੰਦਰ ਜਾਂ ਕੋਈ ਵੀ ਸ਼ਾਮ ਨਹੀਂ, ਆਪਣੇ ਆਪ 'ਚ ਹੀ ਬਸ ਅਸਤਦਾ ਰਹਿੰਦਾ ਹੈ ਦੇਵ। ਅੱਖਰਾਂ 'ਚੋਂ ਜ਼ਿੰਦਗੀ ਨੂੰ ਲੱਭਦਾ ਰਹਿੰਦਾ ਹੈ ਦੇਵ, ਜ਼ਿੰਦਗੀ ਦੀ ਤਾਲ ਉੱਤੇ ਧੜਕਦਾ ਰਹਿੰਦਾ ਹੈ। ਮਨਜੀਤ ਸਿੰਘ ਕਮਲਾ ਦੀ ਕਵਿਤਾ ਹੈ, ਤੂੰ ਵੱਡਾ ਇਨਸਾਨ ਸੱਜਣਾ। ਦੇਵ ਤਰੀਕੇ ਵਾਲਿਆ, ਇਸ ਜੱਗ ਤੇ ਸੱਚੇ ਪਾਤਸ਼ਾਹ ਤੇਰਾ ਸਹਾਈ ਹੋਵੇ। ਦੇਵ ਤਰੀਕਿਆਂ ਵਾਲਿਆ, ਇਸ ਜੱਗ ਤੇ ਸੱਚੇ ਪਾਤਸ਼ਾਹ ਤੇਰਾ ਸਹਾਈ ਹੋਵੇ। ਬੜੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ, ਸਫਲਾ ਹੋਰ ਵੀ ਤੇਰੀ ਕਮਾਈ ਹੋਵੇ। ਜਿਵੇਂ ਤੂੰ ਪੰਜਾਬੀ ਨੂੰ ਮਾਣ ਦਿੱਤਾ, ਸੋਭਾ ਤੇਰੀ ਵੀ ਦੂਣ ਸਵਾਈ ਹੋਵੇ। ਪੰਜਾਬ ਪੰਜਾਬੀ ਦੀ ਸੇਵਾ ਕਰਨ ਦੇ ਲਈ ਤੇਰੀ ਕਲਮ ਵਿੱਚ ਹੋਰ ਗਰਮਾਈ ਹੋਵੇ। ਬਣ ਕੇ ਆਵਾਜ਼ ਪੰਜਾਬ ਦੀ ਬੋਲਿਆ ਤੂੰ, ਜੱਗ ਤੇ ਜਿਉਣ ਲਈ ਕੀਤੀ ਕਮਾਈ ਸੱਜਣਾ। ਨਿਰਮਲ ਜੋੜਾ ਨੇ ਲਿਖਤੀ ਤਵਾਰੀਖ ਤੇਰੀ, ਸਾਡੇ ਲਈ ਇਹ ਮਾਣ ਵਡਿਆਈ ਸੱਜਣਾ। ਪੰਜਾਬੀ ਬੋਲੀ ਨੂੰ ਬੜਾ ਸਤਿਕਾਰ ਦਿੱਤਾ, ਪੰਜਾਬੀ ਸਾਹਿਤ ਵਿੱਚ ਨਾਮ ਕਮਾਇਆ ਰੱਜ ਤੂੰ। ਆਪਣੇ ਫਰਜ਼ਾਂ ਨੂੰ ਪੂਰਾ ਸਤਿਕਾਰ ਦੇ ਕੇ ਦੇਸ਼ ਸੇਵਾ ਵਿੱਚ ਹਿੱਸਾ ਪਾਇਆ ਰੱਜ ਤੂੰ। ਬੜੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ, ਪੰਜਾਬੀ ਬੋਲੀ ਨੂੰ ਉੱਚਾ ਉਠਾਇਆ ਰੱਜ ਤੂੰ। ਤਨੋਂ ਮਨੋਂ ਲਾ ਕੇ ਕੀਤੀ ਦੇਸ਼ ਸੇਵਾ, ਆਪਣੇ ਪਿੰਡ ਦਾ ਨਾਂ ਚਮਕਾਇਆ ਰੱਜ ਤੂੰ। ਸਾਡੇ ਦਿਲਾਂ ਦੀ ਇਹੋ ਅਰਦਾਸ ਮਿੱਤਰਾ, ਤੇਰੀ ਕਲਮ ਵਿੱਚ ਹੋਰ ਨਿਖਾਰ ਆਵੇ। ਪੰਜਾਬੀ ਬੋਲੀ ਦੀ ਜੈ ਜੈਕਾਰ ਹੋਵੇ, ਪੰਜਾਬੀ ਬੋਲੀ ਤੇ ਹੋਰ ਬਹਾਰ ਆਵੇ। ਪੰਜਾਬੀ ਵਿਰਸੇ ਨੂੰ ਮੁੜ ਸੁਰਜੀਤ ਕੀਤਾ, ਤੇਰੀ ਕਲਮ ਨੇ ਕੰਮ ਮਹਾਨ ਕੀਤਾ। ਵਾਰਿਸ ਸ਼ਾਹ ਮਗਰੋਂ ਜ਼ਰਾ ਸੁਣੀ ਸੱਜਣਾ, ਸਾਰੇ ਆਸ਼ਕਾਂ ਦਾ ਵੱਡਾ ਮਾਣ ਕੀਤਾ। ਪੂਰੀ ਮਾਣ ਮਰਿਆਦਾ ਦੇ ਵਿੱਚ ਰਹਿ ਕੇ ਰੌਸ਼ਨ ਸਭਨਾਂ ਨੂੰ ਵਿੱਚ ਜਹਾਨ ਕੀਤਾ। ਜੋ ਵੀ ਕੰਮ ਕੀਤਾ ਨਾਲ ਪਿਆਰ ਕੀਤਾ, ਲਾ ਕੇ ਆਪਣੀ ਤੂੰ ਜਿੰਦ ਜਾਨ ਕੀਤਾ। ਦੇਸ਼ ਕੌਮ ਤੇ ਜਦੋਂ ਵੀ ਭੀੜ ਆਈ, ਸੁੱਤੀ ਕੌਮ ਨੂੰ ਟੁੰਬ ਜਗਾਈ ਸੱਜਣਾ। ਤਰੀਕੇ ਵਾਲਿਆ, ਆਪਣੇ ਦੇਸ਼ ਲਈ ਤੂੰ ਵਾਂਗੂ ਤੇਗ ਦੇ ਕਲਮ ਉਠਾਈ ਸੱਜਣਾ। ਦੇਸ਼ ਕੌਮ ਨੂੰ ਪੂਜਦੇ ਜੋ ਬੰਦੇ, ਉਹਨਾਂ ਤਾਈਂ ਹੈ ਜੱਗ ਸ਼ਾਬਾਸ਼ ਕਹਿੰਦਾ। ਜਿਨ੍ਹਾਂ ਕੌਮਾਂ ਵਿੱਚ ਕਲਮ ਦੇ ਧਨੀ ਬੈਠੇ, ਉਹਨਾਂ ਕੌਮਾਂ ਦਾ ਵਿਰਸਾ ਨਹੀਂ ਮੂਲ ਢਹਿੰਦਾ। ਦੇਸ਼ ਧਰੋ ਨੂੰ ਸਦਾ ਫਿਟਕਾਰ ਪੈਂਦੀ, ਤਾਨੇ ਮਿਹਣੇ ਜਹਾਨ ਵਿੱਚ ਰਹੇ ਸਹਿੰਦਾ। ਦੇਸ਼ ਭਗਤ ਨੂੰ ਕੋਈ ਨਹੀਂ ਮਾਰ ਸਕਦਾ, ਦੇਸ਼ ਭਗਤ ਦਾ ਨਾਂ ਹਮੇਸ਼ ਰਹਿੰਦਾ। ਬੋਲੀ ਦੇਸ਼ ਦੀ ਜਾਨ ਹੁੰਦੀ, ਸੱਭਿਅਤਾ ਉਸ ਦੀ ਸਦਾ ਪਹਿਚਾਨ ਹੁੰਦੀ। ਉਸ ਸੱਭਿਅਤਾ ਨੂੰ ਕਿਸੇ ਨੇ ਮਾਰਨਾ ਕਿ, ਜਿਸ ਸੱਭਿਅਤਾ ਦੀ ਕਲਮ ਵਿੱਚ ਜਾਨ ਹੁੰਦੀ। ਮਾਂ ਬੋਲੀ ਪੰਜਾਬੀ ਦੇ ਮਾਣ ਬਦਲੇ, ਪੰਜਾਬੀ ਪਿਆਰਿਆਂ ਤੈਨੂੰ ਪਿਆਰਿਆ ਅੱਜ। ਤੇਰੀ ਕਲਮ ਨੂੰ ਸਭਨਾ ਸਤਿਕਾਰ ਦੇ ਕੇ, ਮਾਣ ਤਾਣ ਦੇ ਨਾਲ ਵਡਿਆਰਿਆ ਅੱਜ। ਵਧੇ ਫੁੱਲੇ ਜਵਾਨੀਆਂ ਰੱਜ ਮਾਣੇ, ਸ਼ੁਭ ਬਚਨਾਂ ਨਾਲ ਤੈਨੂੰ ਸਤਿਕਾਰਿਆ ਅੱਜ। ਪੰਜਾਬ ਪੰਜਾਬੀ ਨੂੰ ਉੱਚਾ ਚੁੱਕਣ ਲਈ ਕੰਮ ਕਰੀ ਜਾ ਹੋਰ ਮਹਾਨ ਸੱਜਣਾ। ਕਮਲਾ ਜੀ ਵੀ ਦਿਲੋਂ ਅਰਦਾਸ ਕਰਦੇ, ਬਣੇ ਹੋਰ ਤੂੰ ਵੱਡਾ ਇਨਸਾਨ ਸੱਜਣਾ, ਬਣੇ ਹੋਰ ਤੂੰ ਵੱਡਾ
ਇਨਸਾਨ ਸੱਜਣਾ। ਚੰਨ ਜੰਡਿਆਲਵੀ ਦਾ ਗੀਤ ਹੈ ਦੇਵ ਦੇ ਮਾਣ ਥਰੀਕੇ। ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਸੋਹਣਾ ਪਿੰਡ ਥਰੀਕੇ, ਪਿੰਡ ਥਰੀਕੇ ਦੇਵ ਜਨਮਿਆ ਪੈ ਗਈ ਧੁੰਮ ਸ਼ਰੀਕੇ, ਦੇਵ ਥਰੀਕਿਆਂ ਦਾ ਦੇਵ ਦੇ ਮਾਣ ਥਰੀਕੇ। ਪਤੀ ਦੇਵ ਦੀ ਪ੍ਰੀਤ ਪ੍ਰੀਤੋ ਜੀਕਣ ਸੋਨਾ ਚਾਂਦੀ, ਉਹ ਗਾਇਕਾਂ ਦਾ ਬਾਪੂ ਜੀ ਉਹ ਬੇਬੇ ਜੀ ਅਖਵਾਉਂਦੀ, ਰੂਹ ਬੁੱਤ ਵਾਲੀ ਸਾਂਝ ਪਿਆਲੀ ਪਲ ਪਲ ਖੜੀ ਉਡੀਕੇ, ਦੇਵ ਥਰੀਕਿਆਂ ਦਾ ਦੇਵ ਦੇ ਮਾਣ ਥਰੀਕੇ। ਸੁਥਰੇ ਗੀਤ ਤੇ ਲੋਕ ਗਥਾਵਾਂ ਐਸੇ ਜੱਗ ਨੂੰ ਦਿੱਤੇ, ਜਿੱਥੇ ਜਿੱਥੇ ਵਸਣ ਪੰਜਾਬੀ ਦਿਲ ਉਹਨਾਂ ਦੇ ਜਿੱਤੇ, ਕਾਨੀ ਜੀ ਦੀ ਸੋਚ ਸਮੇਂ ਦੀ ਦੱਸੇ ਨਾਲ ਤਰੀਕੇ, ਦੇਵ ਥਰੀਕਿਆਂ ਦਾ ਦੇਵ ਦੇ ਮਾਣ ਥਰੀਕੇ। ਨਵਾਂ ਟਰੱਕ ਯਾਰ ਦਾ ਜੀਟੀ ਰੋਡ ਦੁਹਾਈਆਂ ਪਾਵੇ, ਮਾਂ ਹੁੰਦੀ ਐ ਮਾਂ ਸਰਵਣ ਬੱਚਾ ਨਿੱਤ ਸੁਣਾਵੇ, ਟਿੱਲੇ ਉੱਤੇ ਬਣ ਕੇ ਜੋਗੀ ਹੀਰ ਦੇ ਨਕਸ਼ ਉਲੀਕੇ, ਦੇਵ ਥਰੀਕਿਆਂ ਦਾ ਦੇਵ ਦੇ ਮਾਣ ਥਰੀਕੇ। ਗੀਤਾਂ ਦੇ ਵਣਜਾਰੇ ਖੋਲੀ ਗੀਤਾਂ ਭਰੀ ਪਟਾਰੀ, ਮਾਣਕ ਮਗਰ ਸੁਰਿੰਦਰ ਛਿੰਦਾ ਹੁਣ ਕਈਆਂ ਦੀ ਵਾਰੀ, ਚੰਨ ਜੰਡਿਆਲਵੀ ਦਾ ਸਮਕਾਲੀ ਮਿਲਦਾ ਨਾਲ ਸਲੀਕੇ, ਦੇਵ ਥਰੀਕਿਆਂ ਦਾ ਦੇਵ ਦੇ ਮਾਣ ਥਰੀਕੇ। ਅਮਰੀਕ ਤਲਵੰਡੀ ਦਾ ਗੀਤ ਹੈ ਦੇਵ ਥਰੀਕੇ ਵਾਲੇ ਜਿਹੜਾ। ਦੇਵ ਥਰੀਕੇ ਵਾਲੇ ਜਿਹੜਾ ਗੀਤਾਂ ਦੇ ਵਿੱਚ ਨਾਮ ਕਮਾਇਆ, ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਮਾਪਿਆਂ ਰੱਖਿਆ ਨਾ ਹਰਦੇਵ, ਹਰਦੇਵ ਤੋਂ ਬਣਿਆ ਫਿਰ ਦਿਲਗੀਰ, ਬਾਲਾਂ ਲਈ ਵੀ ਰੱਜ ਕੇ ਲਿਖਿਆ ਕਹਾਣੀਆਂ ਵਿੱਚ ਵੀ ਪਾਇਆ ਸੀਰ, ਦਿਲਗੀਰ ਤੋਂ ਬਣ ਕੇ ਦੇਵ ਥਰੀਕੇ ਗੀਤਾਂ ਦਾ ਫਿਰ ਹੜ ਵਗਾਇਆ, ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਦਿਲ ਦੇ ਖੂਨ ਦੇ ਪਾ ਕੇ ਤੁਪਕੇ ਕਰੀਆਂ ਕਈ ਘਰੀ ਰੁਸ਼ਨਾਈਆਂ, ਕਲੀਆਂ ਦੇ ਬਾਦਸ਼ਾਹਾਂ ਨੂੰ ਬਖਸ਼ੀਆਂ ਇਹਨਾਂ ਬਾਦਸ਼ਾਹੀਆਂ, ਛਿੰਦੇ ਤੋਂ ਜਿਉਣਾ ਮੋੜ ਗਵਾ ਕੇ ਇਹਨੇ ਅਰਸ਼ਾਂ ਵਿੱਚ ਪਹੁੰਚਾਇਆ, ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਉਹਦੀ ਝੋਲੀ ਰਹੀ ਨਾ ਖਾਲੀ ਜਿਹਨੇ ਗੀਤ ਇਹਨਾਂ ਦੇ ਗਾਏ, ਗਾਇਕ ਅਨੇਕਾਂ ਅਣਗੌਲੇ ਜੋ ਇਹਨਾਂ ਫਰਸ਼ੋਂ ਅਰਸ਼ ਪੁਚਾਏ, ਇਸੇ ਕਰਕੇ ਮਾਂ ਬੋਲੀ ਤੋਂ ਇੰਨਾ ਇਹਨਾਂ ਪਿਆਰ ਹੈ ਪਾਇਆ, ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਮਾਂ ਹੁੰਦੀ ਏ ਮਾਂ ਲਿਖੇ ਮਾਵਾਂ ਦਾ ਸਤਿਕਾਰ ਵਧਾਇਆ, ਇਸੇ ਕਰਕੇ ਸਭ ਤੋਂ ਵੱਧ ਮਾਵਾਂ ਤੋਂ ਇਹਨਾਂ ਪਿਆਰ ਹੈ ਪਾਇਆ, ਮਾਵਾਂ ਦੀਆਂ ਦੁਆਵਾਂ ਸਦਕਾ ਉੱਚਾ ਸੁੱਚਾ ਰੁਤਬਾ ਪਾਇਆ, ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਅਨੇਕਾਂ ਗੀਤਕਾਰ ਪੈਦਾ ਕੀਤੇ ਐਸੀ ਦੇਵ ਜਗਾਈ ਜੋਤ, ਅਮਰੀਕ ਤਲਵੰਡੀ ਵਰਗਿਆਂ ਲਈ ਬਣ ਗਏ ਨੇ ਪ੍ਰੇਰਨਾ ਸਰੋਤ, ਇਹਨਾਂ ਦੇ ਚੱਲ ਪੂਰਨਿਆਂ ਤੇ ਪਤਾ ਨਹੀਂ ਕਿੰਨਿਆਂ ਮਾਣ ਹੈ ਪਾਇਆ, ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਜਿਉਂਦੇ ਜੀ ਯਾਦ ਕਿਸੇ ਦੀ ਵਿਦੇਸ਼ਾਂ ਦੇ ਵਿੱਚ ਬਣ ਜਾਣੀ, ਜਿਉਂਦੇ ਜੀ ਯਾਦ ਕਿਸੇ ਦੀ ਵਿਦੇਸ਼ਾਂ ਦੇ ਵਿੱਚ ਬਣ ਜਾਣੀ, ਐਡੀ ਵੱਡੀ ਸ਼ੋਹਰਤ ਦੱਸੋ ਹੋਰ ਕਿਸੇ ਨੇ ਕੀ ਹੈ ਪਾਣੀ, ਦੇਸਾਂ ਤੇ ਵਿਦੇਸ਼ਾਂ ਵਿੱਚ ਐਨਾ ਜੋ ਹੈ ਨਾ ਚਮਕਾਇਆ, ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਨਿੱਘੇ ਮਿੱਠੇ ਪਿਆਰੇ ਸੁਭਾਅ ਦਾ ਬੜਾ ਵਧੀਆ ਹੈ ਇਨਸਾਨ, ਇਸੇ ਕਰਕੇ ਹਰ ਦਿਲ ਨੇ ਹੀ ਦਿੱਤਾ ਦਿਲੋਂ ਸਨਮਾਨ, ਧੰਨ ਉਹ ਮਾਂ ਧੰਨ ਉਹ ਬਾਪ ਜਿਨ੍ਹਾਂ ਦੇ ਘਰ ਦੇਵ ਹੈ ਜਾਇਆ, ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਅਨੇਕਾਂ ਜੰਮੇ ਗੀਤਕਾਰ
ਪਹਿਲਾਂ ਹੋਰ ਵੀ ਜੰਮਦੇ ਰਹਿਣਗੇ। ਅਨੇਕਾਂ ਜੰਮੇ ਗੀਤਕਾਰ ਪਹਿਲਾਂ ਹੋਰ ਵੀ ਜੰਮਦੇ ਰਹਿਣਗੇ। ਦੇਵ ਨਾ ਕਿਸੇ ਮਾਂ ਫਿਰ ਜੰਮਣਾ, ਇਹ ਗੱਲ ਲੋਕੀ ਕਹਿਣਗੇ। ਮਾਂ ਬੋਲੀ ਦੀ ਝੋਲੀ ਵਿੱਚ ਪਾਇਆ ਸੋਨੇ ਜਿਹਾ ਸਰਮਾਇਆ, ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਇਤਿਹਾਸ ਫੋਲ ਕੇ ਵੇਖ ਲਓ, ਸਾਫ਼ ਦੱਸਦੇ ਨੇ ਸਾਰੇ ਤੱਥ। ਹਰ ਮਹਾਨ ਆਦਮੀ ਪਿੱਛੇ ਹੁੰਦਾ ਸਾਥੀ ਦਾ ਵੀ ਹੱਥ। ਪ੍ਰੀਤਮ ਨੇ ਕਰ ਪ੍ਰੀਤ ਇਹਨਾਂ ਨੂੰ ਲਿਖਣ ਦਾ ਵਧੀਆ ਮਾਹੌਲ ਬਣਾਇਆ, ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਮਾਂ ਬੋਲੀ ਦੇ ਇਸ ਲਾਲ ਲਈ ਆਓ ਕਰੀਏ ਰਲ ਦੁਆਵਾਂ। ਲੋਕ ਗੀਤ ਜਿੰਨੀ ਉਮਰੇ ਪਾਵੇ, ਰਹਿਣ ਸਭੇ ਦੂਰ ਬਲਾਵਾਂ। ਕਲਮ ਸਲਾਮਤ ਰਹੀ ਇਸ ਦੀ, ਇਹ ਤਾਂ ਕੌਮ ਦਾ ਹੈ ਸਰਮਾਇਆ। ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਰਹਿੰਦੀ ਦੁਨੀਆ ਤੱਕ ਵੀ ਉਹ ਜਾਣਾ ਨਹੀਂ ਕਦੇ ਭੁਲਾਇਆ। ਡਾਕਟਰ ਸੁਰਜੀਤ ਪਾਤਰ ਨੇ ਲਿਖਿਆ, ਪੰਜਾਬ ਦੀ ਅਕਾਸੀ ਦਾ ਚਤੇਰਾ। ਹਰਦੇਵ ਦਿਲਗੀਰ ਬਹੁਤ ਪਿਆਰਾ, ਹਲੀਮ ਤੇ ਪ੍ਰਤਿਭਾਸ਼ਾਲੀ ਇਨਸਾਨ ਹੈ। ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਸਭ ਤੋਂ ਵੱਧ ਨਾਮ ਕਮਾਉਣ ਵਾਲੇ ਗੀਤਕਾਰਾਂ ਵਿੱਚ ਉਹਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ, ਕਿਉਂਕਿ ਉਹਨੇ ਪੰਜਾਬੀ ਗਾਇਕੀ ਦੇ ਪਰੰਪਰਿਕ ਰੂਪਾਂ, ਖਾਸ ਕਰਕੇ ਕਲੀ ਨੂੰ ਪੁਨਰ ਸੁਰਜੀਤ ਕੀਤਾ ਹੈ। ਕਲੀ ਕਾਵ ਰੂਪ ਜੋ ਕਿ ਹੌਲੀ-ਹੌਲੀ ਪੰਜਾਬ ਦੇ ਚੇਤਿਆਂ ਵਿੱਚੋਂ ਵਿਸਰ ਰਿਹਾ ਸੀ, ਹਰਦੇਵ ਦਿਲਗੀਰ ਦੇ ਉਦਮ ਸਦਕਾ ਦੁਬਾਰਾ ਸਿਖਰ ਤੇ ਆ ਗਿਆ। ਹਰਦੇਵ ਦਿਲਗੀਰ ਨੇ ਆਪਣੇ ਰਚਨਾਤਮਕ ਸਫ਼ਰ ਦਾ ਆਰੰਭ ਕਹਾਣੀਆਂ ਲਿਖਣ ਤੋਂ ਕੀਤਾ। ਪੰਜਾਬੀ ਦੇ ਸਥਾਪਿਤ ਰਸਾਲਿਆਂ ਵਿੱਚ ਛਪਦੀਆਂ ਉਹਦੀਆਂ ਕਹਾਣੀਆਂ ਪਾਠਕਾਂ ਨੂੰ ਨਾਲ ਤੋਰਨ ਦੇ ਸਮਰੱਥ ਹੋਣ ਕਰਕੇ ਜਲਦੀ ਉਹਨੇ ਪੰਜਾਬੀ ਕਹਾਣੀਕਾਰਾਂ ਦੀ ਮੂਹਰਲੀ ਕਤਾਰ ਵਿੱਚ ਜਗ੍ਹਾ ਬਣਾ ਲਈ। ਫਿਰ ਉਹਨੂੰ ਗਾਇਕੀ ਦੇ ਜਾਦੂ ਨੇ ਕੁਝ ਇਸ ਤਰ੍ਹਾਂ ਮੋਹ ਲਿਆ ਕਿ ਉਹ ਬਾਕੀ ਸਭ ਕੁਝ ਭੁਲਾ ਕੇ ਗੀਤਕਾਰੀ ਨੂੰ ਹੀ ਸਮਰਪਿਤ ਹੋ ਗਿਆ। ਅੱਜ ਉਹਦੇ ਗੀਤ ਲੋਕ ਮਨਾਂ ਤੇ ਅਮਿੱਟ ਛਾਪ ਬਣਾ ਚੁੱਕੇ ਹਨ। ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ ਵਰਗੇ ਮਿੱਠੇ ਗੀਤਾਂ ਨੂੰ ਕੌਣ ਭੁਲਾ ਸਕਦਾ ਹੈ। ਇਹੋ ਜਿਹੇ ਗੀਤ ਲੋਕ ਗੀਤਾਂ ਵਰਗੀ ਅਮਰਤਾ ਦੇ ਧਾਰਨੀ ਹਨ। ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਹਰਦੇਵ ਦਿਲਗੀਰ ਦੇ ਗੀਤ ਬਦਲਦੇ ਪੰਜਾਬ ਦੀ ਅਕਾਸੀ ਵੀ ਬਹੁਤ ਖੂਬਸੂਰਤੀ ਨਾਲ ਕਰਦੇ ਹਨ। ਪੇਂਡੂ ਜਨ ਜੀਵਨ ਦੀਆਂ ਰਹੁ ਰੀਤਾਂ ਨੂੰ ਉਹਦੀ ਕਲਮ ਨੇ ਖੂਬਸੂਰਤੀ ਨਾਲ ਚਿਤਰਿਆ ਹੈ। ਉਸਦੇ ਗੀਤਾਂ ਦੀਆਂ ਕਈ ਤੁਕਾਂ ਸਹਿਜ ਸੁਭਾਈ ਪੰਜਾਬ ਦੀ ਬਦਲਦੀ ਨੁਹਾਰ ਨੂੰ ਚਿੱਤਰ ਦਿੰਦੀਆਂ ਹਨ, ਜਿਵੇਂ ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਸ਼ਰਾਬ ਵਾਲਾ ਠੇਕਾ। ਪਿਛਲੇ ਦਿਨੀ ਮੈਂ ਉਹਦੀ ਇੱਕ ਕਾਵਿ ਰਚਨਾ ਕਿਸੇ ਅਖਬਾਰ 'ਚ ਪੜ੍ਹੀ ਤੇ ਮਹਿਸੂਸ ਕੀਤਾ ਕਿ ਉਸ ਵਿੱਚ ਅੱਜ ਵੀ ਗੀਤਾਂ ਦੀ ਲਾਟ ਪੂਰੇ ਜੋਬਨ ਤੇ ਮਚ ਰਹੀ ਹੈ ਤੇ ਅਸੀਂ ਅੱਜ ਵੀ ਉਹਦੇ ਨਵੇਂ ਗੀਤਾਂ ਨੂੰ ਪੁਰਾਣੀ ਸ਼ਿੱਦਤ ਨਾਲ ਉਡੀਕਦੇ ਹਾਂ। ਮੈਂ ਦੁਆ ਕਰਦਾ ਕਿ ਉਸਦੀ ਉਮਰ ਲੰਮੀ, ਅਰੋਗ, ਖੁਸ਼ੀਆਂ, ਕਾਮਯਾਬੀਆਂ ਤੇ ਰਚਨਾਵਾਂ ਭਰੀ ਹੋਵੇ, ਤਾਂ ਜੋ ਪੰਜਾਬ ਇਸ ਪਿਆਰੇ ਇਨਸਾਨ ਦੇ ਪਿਆਰੇ ਗੀਤਕਾਰ ਦੀ ਸੰਗੀਤਮਈ ਮੌਜੂਦਗੀ ਮੁੱਦਤਾਂ ਤੱਕ ਮਹਿਸੂਸ ਕਰਦਾ ਰਹੇ। ਸੁਰਿੰਦਰ ਸਿੰਘ ਦਾ ਲੇਖ ਹੈ ਯਾਰਾਂ ਦਾ ਯਾਰ ਗੀਤਕਾਰ। ਦੇਵ ਤਰੀਕੇ ਵਾਲਾ ਅਜਿਹਾ ਗੀਤਕਾਰ ਹੈ ਜਿਸ ਦੇ ਗੀਤਾਂ ਨੂੰ ਨਵੇਂ ਪੁਰਾਣੇ ਗਾਇਕਾਂ ਨੇ ਸਭ ਤੋਂ ਵੱਧ ਗਿਣਤੀ 'ਚ ਗਾਇਆ ਹੈ। ਦੇਵ ਦੇ ਬਹੁਤ ਸਾਰੇ ਗੀਤਾਂ ਨੇ ਲੋਕ ਗੀਤਾਂ ਜਿਹਾ ਰੁਤਬਾ ਹਾਸਲ ਕਰ ਲਿਆ ਹੈ। ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ, ਨਹੀਂ ਉੱਠ ਦੇਖ ਨਨਾਣੇ ਕੌਣ ਪ੍ਰਾਹੁਣਾ ਆਇਆ। ਗੀਤ ਜਿਸ ਨੂੰ ਸੁਰਿੰਦਰ ਕੌਰ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਮੈਂ ਇਸ ਗੀਤ ਨੂੰ ਲੋਕ ਗੀਤ ਹੀ ਸਮਝਦਾ ਰਿਹਾ। ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਇਹ ਗੀਤ ਦੇਵ ਤਰੀਕੇ ਵਾਲੇ ਦਾ ਲਿਖਿਆ ਹੋਇਆ ਹੈ। ਇਹ ਦੇਵ ਦੇ ਗੀਤਾਂ ਦੀ ਜਿਉਂਦੀ ਜਾਗਦੀ ਵਿਲੱਖਣਤਾ ਦਾ ਪ੍ਰਮੁੱਖ ਸਬੂਤ ਹੈ। ਦੇਵ ਨੇ ਆਪਣੀ ਲੇਖਣੀ ਦਾ ਸਫ਼ਰ ਆਮ ਵਿਦਿਆਰਥੀਆਂ ਵਾਂਗ ਬੱਚਿਆਂ ਦੇ ਗੀਤ ਤੇ ਚੁਟਕਲਿਆਂ ਤੋਂ ਹੀ ਸ਼ੁਰੂ ਕੀਤਾ ਸੀ। ਪੰਜਾਬੀ ਦੇ ਅਧਿਆਪਕ, ਪ੍ਰਮੁੱਖ ਨਾਵਲਕਾਰ ਤੇ ਕਹਾਣੀਕਾਰ ਸਰਦਾਰ ਹਰੀ ਸਿੰਘ ਦਿਲਬਰ 1955 ਵਿੱਚ ਲਲਤੋਂ ਸਕੂਲ ਵਿੱਚ ਪੜ੍ਹਨ ਮੌਕੇ ਹਰਦੇਵ ਦਿਲਗੀਰ ਦੇ ਮਾਰਗਦਰਸ਼ਕ ਬਣੇ।
ਦੇਵ ਦਾ ਕਹਿਣਾ ਹੈ ਕਿ ਮੈਂ ਬਾਲ ਗੀਤ ਤੇ ਚੁਟਕਲੇ ਲਿਖ ਕੇ ਲਾਹੌਰ ਬੁੱਕ ਸ਼ਾਪ ਵਾਲਿਆਂ ਵੱਲੋਂ ਛਪਦੇ ਬਾਲ ਦਰਬਾਰ ਵਿੱਚ ਭੇਜ ਦਿੰਦਾ ਸੀ। ਜਿਸ ਦਿਨ ਮੇਰੇ ਗੀਤ ਤੇ ਚੁਟਕਲੇ ਰਸਾਲੇ 'ਚ ਛਪ ਗਏ, ਮੇਰੀ ਜਗਿਆਸਾ ਉਸੇ ਦਿਨ ਤੋਂ ਹੋਰ ਵੱਧ ਗਈ। ਮਾਲਵਾ ਸਕੂਲ ਲੁਧਿਆਣਾ ਵਿਖੇ 9ਵੀਂ 10ਵੀਂ ਜਮਾਤ ਵਿੱਚ ਪੜ੍ਹਦਿਆਂ ਦੇਵ ਮਾੜੀ ਮੋਟੀ ਤੁਕਬੰਦੀ ਕਰਕੇ ਦਿਲਬਰ ਸਾਹਿਬ ਨੂੰ ਵਿਖਾ ਕੇ ਰਸਾਲੇ ਵਾਲਿਆਂ ਨੂੰ ਲਗਾਤਾਰ ਭੇਜਣ ਲੱਗ ਪਿਆ। ਉਨੀ ਦਿਨੀ ਜਗਰਾਵਾਂ ਤੋਂ ਵੀ ਇੱਕ ਰਸਾਲਾ ਨਿਕਲਦਾ ਸੀ ਜਿਸ ਦਾ ਨਾਮ ਸੀ ਆਸ਼ਾ। ਸਬਾਬੇ ਬਣਿਆ ਕਿ ਦੇਵ ਉੱਥੇ ਜੂਨੀਅਰ ਬੇਸਿਕ ਟੀਚਰ ਦੀ ਟ੍ਰੇਨਿੰਗ ਕਰ ਰਿਹਾ ਸੀ ਤੇ ਇਤਫਾਕਨ ਹੀ ਦੇਵ ਇਸ ਆਸ਼ਾ ਨਾਂ ਦੇ ਰਸਾਲੇ ਦਾ ਸੰਪਾਦਕ ਬਣ ਗਿਆ। ਉਨੀ ਦਿਨੀ ਦੇਵ ਦਾ ਝੁਕਾਅ ਕਹਾਣੀਆਂ ਲਿਖਣ ਵੱਲ ਵੱਧ ਗਿਆ। ਅੰਮ੍ਰਿਤਸਰ ਤੋਂ ਛਪਦੇ ਅਮਰ ਕਹਾਣੀਆਂ ਜਿਹੇ ਰਸਾਲਿਆਂ ਵਿੱਚ ਦੇਵ ਦੀਆਂ ਕਹਾਣੀਆਂ ਅਕਸਰ ਛਪਣ ਲੱਗ ਪਈਆਂ। ਸਿੱਟੇ ਵਜੋਂ ਰੋਹੀ ਦਾ ਫੁੱਲ, ਇੱਕ ਸੀ ਕੁੜੀ ਤੇ ਜਿਹਦੀ ਬਾਂਹ ਫੜੀਏ ਨਾਂ ਦੇ 3 ਕਹਾਣੀ ਸੰਗ੍ਰਹਿ ਕਿਤਾਬਾਂ ਦੇ ਰੂਪ ਵਿੱਚ ਦੇਵ ਦੇ ਛਪ ਵੀ ਗਏ ਤੇ 1960 ਵਿੱਚ ਦੇਵ ਮਲਟੀਪਰਪਜ਼ ਸਕੂਲ ਲੁਧਿਆਣਾ ਵਿਖੇ ਅਧਿਆਪਕ ਲੱਗ ਗਿਆ। ਇਹੀ ਉਹ ਸਮਾਂ ਸੀ ਜਦੋਂ ਦੇਵ ਦੀ ਕਲਮ ਨੇ ਮੋੜ ਕੱਟਿਆ। ਦੇਵ ਦਾ ਦੋਸਤ ਪ੍ਰੇਮ ਕੁਮਾਰ ਉਹਨੂੰ ਬਾਕਾਇਦਾ ਗੀਤ ਲਿਖਣ ਲਈ ਪ੍ਰੇਰਦਾ ਰਿਹਾ ਤੇ ਆਖਰ ਉਸਨੇ ਦੋਸਤਨੁਮਾ ਹੁਕਮ ਹੀ ਕਰ ਦਿੱਤਾ ਕਿ ਦੇਵ ਤੂੰ ਮੈਨੂੰ ਗੀਤ ਲਿਖ ਕੇ ਦੇ। ਉਹਨਾਂ ਦਿਨਾਂ ਵਿੱਚ ਇੰਦਰਜੀਤ ਹਸਨਪੁਰੀ ਹੋਰਾਂ ਦਾ ਗੀਤ ਸਾਧੂ ਹੁੰਦੇ ਰੱਬ ਵਰਗੇ ਬਹੁਤ ਮਕਬੂਲ ਸੀ। ਇਹ ਗੀਤ ਜਦੋਂ ਬਨੇਰਿਆਂ ਤੇ ਵੱਜਦਾ ਤਾਂ ਦੇਵ ਵੀ ਗੀਤ ਲਿਖਣ ਬਾਰੇ ਸੋਚਣ ਲੱਗ ਪਿਆ। ਆਖਰ 1961 ਵਿੱਚ ਦੇਵ ਨੇ ਪ੍ਰੇਮ ਸ਼ਰਮਾ ਨੂੰ 2 ਗੀਤ ਹੌਲੀ ਹੌਲੀ ਨੱਚ ਪਤਲੋ ਤੇਰੀ ਗੁੱਤ ਕਿੱਟਿਆਂ ਵਿੱਚ ਵੱਜਦੀ ਅਤੇ ਭਾਬੋ ਤੇਰੀ ਧੌਣ ਦੇ ਉੱਤੇ ਗੁੱਤ ਮੇਲਦੀ ਨਾਗ ਬਣ ਕਾਲਾ ਲਿਖ ਕੇ ਦਿੱਤੇ, ਜੋ ਪ੍ਰੇਮ ਸ਼ਰਮਾ ਦੀ ਹੀ ਆਵਾਜ਼ 'ਚ HMV ਕੰਪਨੀ ਵਿੱਚ ਰਿਕਾਰਡ ਹੋਏ। ਦੇਵ ਤੇ ਸ਼ਰਮਾ ਦਾ ਇਹ ਪਹਿਲਾ LP ਰਿਕਾਰਡ ਜੋ ਦੇਵ ਦੀ ਕਲਮ ਦਾ ਰਸਤਾ ਹੀ ਤਬਦੀਲ ਕਰ ਗਿਆ। ਇਹਨਾਂ ਗੀਤਾਂ ਦੀ ਮਕਬੂਲੀਅਤ ਦੇ ਆਸਰੇ ਦੇਵ ਕਲਾਕਾਰਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਗਿਆ ਤੇ ਯਮਲਾ ਜੀ, ਸਵਰਨਲਤਾ ਤੇ ਨਰਿੰਦਰ ਬੀਬਾ ਹੋਰਾਂ ਨੂੰ ਮਿਲਣ ਲੱਗਾ। ਯਮਲਾ ਜੀ ਨੇ ਉਸ ਵੇਲੇ ਬੇਸ਼ੱਕ ਦੇਵ ਦੇ ਗੀਤ ਤਾਂ ਨਾ ਰਿਕਾਰਡ ਕਰਾਏ, ਪਰ ਉਹਨਾਂ ਦੀ ਹੱਲਾਸ਼ੇਰੀ ਸਦਕਾ ਗਾਇਕਾ ਸਵਰਨਲਤਾ ਤੇ ਨਰਿੰਦਰ ਬੀਬਾ ਦੀਆਂ ਆਵਾਜ਼ਾਂ ਦੇਵ ਦੇ ਗੀਤਾਂ ਨੂੰ ਜ਼ਰੂਰ ਮਿਲ ਗਈਆਂ। ਨਰਿੰਦਰ ਬੀਬਾ ਦੁਆਰਾ ਗਾਏ ਗੀਤ ਭਖੜੇ ਨੇ ਪੈਰ ਗਾਲ ਤੇ ਜੁੱਤੀ ਲੈ ਦੇ ਮੁਲਾਜੇਦਾਰਾ ਤੇ ਖਾਲੀ ਗੱਡੀ ਲੈ ਜਾ ਮੋੜ ਕੇ, ਅਸਾਂ ਜਾਣਾ ਨਹੀਂ ਉਹ ਭਾਰਿਆ ਸ਼ੁਕੀਨਾ ਨਾਲ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਦੇਵ ਦੇਵ ਹੋਣ ਲੱਗ ਪਈ ਤੇ ਹਰਦੇਵ ਦਿਲਗੀਰ ਜੋ ਕਹਾਣੀਕਾਰ ਵਜੋਂ ਸਾਹਿਤ ਦੀ ਦੁਨੀਆ 'ਚ ਆਇਆ ਸੀ, ਗੀਤਕਾਰ ਬਣ ਕੇ ਪੌਣਾ ਦੇ ਕੰਧੇੜੇ ਚੜ੍ਹ ਗਿਆ। ਦੇਵ ਦੇ ਕਲਾਕਾਰਾਂ ਕੋਲ ਗੇੜੇ ਘਟ ਗਏ ਤੇ ਕਲਾਕਾਰਾਂ ਦੇ ਗੇੜੇ ਦੇਵ ਵੱਲ ਵੱਧ ਗਏ। ਕਰਮਜੀਤ ਧੂਰੀ ਜਿਹੇ ਸਟਾਰ ਗਾਇਕ ਖੁਦ ਦੇਵ ਕੋਲ ਚੱਲ ਕੇ ਗੀਤ ਮੰਗਣ ਗਏ। ਮੁਹੰਮਦ ਸਦੀਕ ਤੇ ਨਰਿੰਦਰ ਬੀਬਾ ਲੌਂਗ ਨੀ ਬਿਸ਼ਨੀਏ ਤੇਰਾ ਨਰਮੇ ਚੋਂ ਲਿਆ ਲੱਭ ਕੇ ਤੇ ਰਾਤੀ ਰੋਂਦੀ ਦਾ ਭਿੱਜ ਗਿਆ ਲਾਲ ਪੰਘੂੜਾ ਗਾ ਕੇ ਬਾਗੋ ਬਾਗ ਹੋ ਗਏ। ਮਕਬੂਲੀਅਤ ਖੱਟਣ ਬਾਅਦ ਵੀ ਦੇਵ ਗੁਰਬਿਨ ਗਤ ਨਹੀਂ ਜਿਹੀ ਰਸਮ ਤੇ ਪਹਿਰਾ ਦੇਣਾ ਚਾਹੁੰਦਾ ਸੀ। ਦੇਵ ਦੇ ਆਖਣ ਅਨੁਸਾਰ ਭਾਵੇਂ ਉਹ ਇੰਦਰਜੀਤ ਹਸਨਪੁਰੀ ਦੇ ਗੀਤ ਸੁਣ ਕੇ ਗੀਤਕਾਰ ਬਣਿਆ, ਪਰ ਉਹ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸਰੀ ਬਰੋਬਰ ਜਾਣੀ ਦੇ ਗੀਤਕਾਰ ਉਸਤਾਦ ਗੁਰਦੇਵ ਸਿੰਘ ਮਾਨ ਨੂੰ ਉਸਤਾਦ ਬਣਾਉਣਾ ਲੋੜਦਾ ਸੀ। ਆਖਰ ਇੱਕ ਦਿਨ ਪੱਗ ਤੇ ਰੁਪਈਆ ਧਰ ਕੇ ਦੇਵ ਮਾਨ ਸਾਹਿਬ ਦਾ ਸ਼ਾਗਿਰਦ ਬਣ ਗਿਆ। ਦੇਵ ਦੇ ਆਖਣ ਅਨੁਸਾਰ ਭਾਵੇਂ ਉਹਨੂੰ ਉਸਤਾਦ ਜੀ ਤੋਂ ਸਿੱਖਣ ਦਾ ਬਹੁਤਾ ਸਮਾਂ ਨਹੀਂ ਮਿਲਿਆ, ਪਰ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਮੈਂ ਦੇਵ ਤੋਂ ਦੇਵ ਤਰੀਕੇ ਵਾਲਾ ਬਣਿਆ ਹਾਂ। ਗੁਰੂ ਦੀ ਸੰਗਤ ਦੀ ਘਾਟ ਕਾਰਨ ਹੀ ਸ਼ਾਇਦ ਥਮਲੇ ਦੇ ਕੋਲ ਦੀ ਸਿੱਧੀ ਜੱਟੀਏ ਸਬਾਤ ਵਿੱਚ ਆ ਜਾ ਵਰਗੇ ਗੀਤ ਲਿਖਣ ਵੇਲੇ ਦੇਵ ਦੀ ਕਲਮ ਕਦੇ ਕਦਾਈ ਤਿਲਕਦੀ ਰਹੀ ਹੈ। ਕੁਝ ਵੀ ਹੋਵੇ, ਦੇਵ ਦੇ ਗੀਤਾਂ ਵਿੱਚ ਅਜਿਹਾ ਕੁਝ ਹੈ ਕਿ ਉਸ ਦੇ ਗੀਤਾਂ ਨੇ ਸਮੇਂ ਸਿਰ ਵਕਤ ਦੀ ਅਗਵਾਈ ਕੀਤੀ ਹੈ। ਰਣ ਗਗਨ ਦਾ ਮਾਮਾ ਵੱਜਿਆ ਸਿੰਘੋ ਸਰਦਾਰੋ, ਕੋਈ ਵੈਰੀ ਚੜ ਕੇ ਆ ਗਿਆ ਤੁਸੀਂ ਜਾ ਲਲਕਾਰੋ। ਨਰਿੰਦਰ ਬੀਬਾ ਦੁਆਰਾ ਗਾਇਆ ਦੇਵ ਦਾ ਇਹ ਗੀਤ ਭਾਰਤ ਚੀਨ ਜੰਗ ਸਮੇਂ ਪੰਜਾਬੀ ਫੌਜੀਆਂ ਦਾ ਸੈਨਾਪਤੀ ਬਣਿਆ ਰਿਹਾ ਹੈ। ਜੰਗ ਦੌਰਾਨ ਉਹ ਕਿਹੜਾ ਦਿਨ ਸੀ ਜਿਸ ਦਿਨ ਇਹ ਗੀਤ ਰੇਡੀਓ ਤੋਂ ਬਾਰ-ਬਾਰ ਨਾ ਵੱਜਿਆ ਹੋਵੇ। ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ, ਦਿਨ ਰਾਤ ਪਾਪਾਂ 'ਚ ਗੁਜ਼ਾਰੇ ਬੰਦਿਆ। ਕਰਮਜੀਤ ਧੂਰੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਇਹ ਗੀਤ
ਜਦੋਂ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਤੋਂ ਸੁਣੀਦਾ ਹੈ ਤਾਂ ਕਿਸੇ ਸੰਤ ਦੇ ਫੁਰਮਾਨ ਤੋਂ ਘੱਟ ਨਹੀਂ ਜਾਪਦਾ। ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਕੁਲਦੀਪ ਮਾਣਕ ਦੁਆਰਾ ਗਾਇਆ ਗੀਤ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਾਹਕਾਰ ਹੋ ਨਿਬੜਿਆ ਹੈ। ਮਾਂ ਦੀ ਮਮਤਾ ਬਾਰੇ ਸ਼ਾਇਦ ਹੀ ਅਜਿਹਾ ਗੀਤ ਕੋਈ ਹੋਰ ਲਿਖ ਸਕੇ। ਬੱਗੀ ਬੱਗੀ ਕਣਕ ਦੇ ਮੰਡੇ ਮੈਂ ਪਕਾਉਣੀਆਂ, ਛਾਵੇਂ ਬਹਿ ਕੇ ਖਾਵਾਂਗੇ, ਵਿਚਿਤ ਕਰੂ ਮੁਕਲਾਵੇ ਜਾਵਾਂਗੇ। ਚਾਂਦੀ ਰਾਮ ਤੇ ਸ਼ਾਂਤੀ ਦੇਵੀ ਦੁਆਰਾ ਗਾਇਆ ਇਹ ਦੁਗਾਣਾ ਮੁਕਲਾਵਾਵਾਦੀ ਦੌਰ ਦਾ ਸਦਾ ਹੀ ਇਤਿਹਾਸ ਬਣਿਆ ਰਹੇਗਾ। ਵਹਿੰਗੀ ਚੱਕ ਲੈ ਸਰਵਣਾ ਵੇ ਤੇ ਧੀਆਂ ਦੇਣ ਦੁਹਾਈ ਜਿਹੇ ਗੀਤ ਦੇਵ ਦੀ ਉੱਚ ਕੋਟੀ ਦੀ ਸੋਚ ਦਾ ਬੁਲੰਦ ਪ੍ਰਗਟਾਵਾ ਹੈ। ਜੇਕਰ ਇਸ ਤਰ੍ਹਾਂ ਦੇ ਗੀਤਾਂ ਦਾ ਵਿਸ਼ਲੇਸ਼ਣ ਕਰਨ ਬੈਠ ਜਾਈਏ ਤਾਂ ਇੱਕ PhD ਦਾ ਸੰਪੂਰਨ ਵਿਸ਼ਾ ਬਣ ਸਕਦਾ ਹੈ ਤੇ ਇਹ ਸੱਚਾਈ ਵੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇਵ ਦੇ ਗੀਤਾਂ ਉੱਪਰ MPhil ਤੇ PhD ਵਰਗੀਆਂ ਡਿਗਰੀਆਂ ਹਾਸਲ ਕਰਿਆ ਕਰਨਗੀਆਂ। ਦੂਜੇ ਗੀਤਕਾਰਾਂ ਤੋਂ ਵੱਖਰਾ ਦੇਵ ਦੇ ਹਿੱਸੇ ਜੋ ਆਇਆ ਹੈ ਉਹ ਹੈ ਗਾਥਾਵਾਂ ਤੇ ਲੋਕ ਤੱਥ ਲਿਖਣਾ। ਪੰਜਾਬੀ ਦੇ ਖੱਬੀ ਖਾਨ ਗਾਇਕ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਦੀ ਜ਼ਿੰਦਗੀ ਚੋਂ ਜੇਕਰ ਦੇਵ ਤਰੀਕੇ ਵਾਲੇ ਨੂੰ ਮਨਫੀ ਕਰ ਦਈਏ ਤਾਂ ਕੁਲਦੀਪ ਮਾਣਕ ਸਾਦਾ ਜਿਹਾ, ਮੀਰ ਆਲਮ ਤੇ ਸੁਰਿੰਦਰ ਛਿੰਦਾ ਇੱਕ ਸਧਾਰਨ ਮਿਸਤਰੀ ਵੱਧ ਨਜ਼ਰ ਆਉਣਗੇ, ਗਾਇਕ ਘੱਟ। ਇਹਨਾਂ ਦੋਵਾਂ ਦੀਆਂ ਬੁਲੰਦੀਆਂ ਪਿੱਛੇ ਦੇਵ ਤਰੀਕੇ ਵਾਲੇ ਦੀ ਕਲਮ ਦਾ ਭਰਪੂਰ ਆਸਰਾ ਰਿਹਾ ਹੈ। ਦੇਵ ਨੂੰ ਇਸ ਗੱਲ ਦਾ ਹਮੇਸ਼ਾ ਦੁੱਖ ਰਹੇਗਾ ਕਿ ਦੇਵ ਤੇ ਕੁਲਦੀਪ ਮਾਣਕ ਦੀ ਪਹਿਲੀ ਮੁਲਾਕਾਤ ਨੂੰ ਮਾਣਕ ਬਹੁਤ ਘਟੀਆ ਲਹਿਜੇ ਵਿੱਚ ਪੇਸ਼ ਕਰਦਾ ਹੈ। ਦੇਵ ਦਾ ਆਖਣਾ ਹੈ ਕਿ ਮਾਣਕ ਕਹਿੰਦਾ ਹੈ ਦੇਵ ਸ਼ਰਾਬੀ ਹਾਲਤ ਵਿੱਚ ਸੋਮੇ ਦੇ ਢਾਬੇ ਤੇ ਡਿੱਗਿਆ ਮਿਲਿਆ ਸੀ ਤੇ ਉਹਦੀ ਪੱਗ ਲੱਥੀ ਹੋਈ ਸੀ। ਇਹ ਗੱਲ ਆਖਣ ਵੀ ਉਹ ਉਦੋਂ ਤੋਂ ਬਾਅਦ ਲੱਗਾ ਜਦੋਂ ਸੁਰਿੰਦਰ ਛਿੰਦੇ ਦੁਆਰਾ ਉਹਦਾ ਲਿਖਿਆ ਜਿਉਣਾ ਮੋੜ ਹਿੱਟ ਹੋ ਗਿਆ। ਨਹੀਂ, ਇਸ ਤੋਂ ਪਹਿਲਾਂ ਤਾਂ ਮਾਣਕ ਦੇਵ ਨੂੰ ਬਾਪੂ ਕਹਿ ਕੇ ਸੰਬੋਧਨ ਕਰਦਾ ਰਿਹਾ। ਜੇ ਇਸ ਨਿੱਜੀ ਵਿਸ਼ੇ ਚੋਂ ਬਾਹਰ ਹੋ ਕੇ ਦੇਵ ਤਰੀਕੇ ਵਾਲੇ ਤੇ ਕੁਲਦੀਪ ਮਾਣਕ ਦੀ ਜੋੜੀ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਮੁਗਲ ਕਾਲ ਨੂੰ ਭਾਰਤੀ ਸੰਸਕ੍ਰਿਤੀ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਇਹਨਾਂ ਦੋਵਾਂ ਦੇ 1.5 ਦਹਾਕੇ ਦੇ ਕਾਲ ਨੂੰ ਪੰਜਾਬੀ ਗਾਇਕੀ ਸੱਭਿਆਚਾਰ ਦਾ ਸੁਨਹਿਰੀ ਕਾਲ ਕਿਹਾ ਜਾ ਸਕਦਾ ਹੈ। ਸੁਰਿੰਦਰ ਛਿੰਦੇ ਦੇ ਆਉਣ ਨਾਲ ਇਸ ਸੁਨਹਿਰੀ ਯੁੱਗ ਵਿੱਚ ਹੋਰ ਵਾਧਾ ਹੋਇਆ ਸੀ, ਪਰ ਕਿਤੇ ਨਾ ਕਿਤੇ ਆਈ ਤੰਗ ਦਿਲੀ ਇਸ ਦੌਰ ਨੂੰ ਖਾਤਮੇ ਵੱਲ ਲੈ ਗਈ। ਇਸ ਸਮੇਂ ਦੌਰਾਨ ਲਿਖੀਆਂ ਗਈਆਂ ਲੋਕ ਗਾਥਾਵਾਂ ਤੇ ਲੋਕ ਤੱਥਾਂ ਨੂੰ ਸੁਣ ਕੇ ਲੋਕਾਂ ਨੇ ਜਿੱਥੇ ਕੁਲਦੀਪ ਮਾਣਕ ਦੀ ਆਵਾਜ਼ ਨੂੰ ਬੇਤਹਾਸ਼ਾ ਦਾਦ ਅਤੇ ਇੱਕ ਗਾਇਕ ਵਜੋਂ ਮਾਨਤਾ ਦਿੱਤੀ, ਉੱਥੇ ਦੇਵ ਤਰੀਕੇ ਵਾਲੇ ਉੱਪਰ ਦੋਸ਼ ਵੀ ਲਾਇਆ ਕਿ ਇਹ ਲੋਕ ਗਾਥਾਵਾਂ ਪਰੰਪਰਾਗਤ ਹਨ। ਦੇਵ ਨੂੰ ਇਹਨਾਂ 'ਚ ਆਪਣਾ ਨਾਂ ਨਹੀਂ ਸੀ ਭਰਨਾ ਚਾਹੀਦਾ। ਜੇ ਸਿਆਣੇ ਸਾਹਿਤਕਾਰਾਂ ਦੀ ਇਸ ਗੱਲ ਨੂੰ ਸੱਚ ਮੰਨਦੇ ਹੋਏ ਇਹ ਸਵੀਕਾਰ ਵੀ ਕਰੀਏ ਕਿ ਇਹਨਾਂ ਲੋਕ ਗਾਥਾਵਾਂ ਨੂੰ ਦੇਵ ਨੂੰ ਆਪਣੇ ਖਾਤੇ 'ਚ ਨਹੀਂ ਪਾਉਣਾ ਚਾਹੀਦਾ ਸੀ, ਪਰ ਫਿਰ ਵੀ ਦੇਵ ਦੀ ਇਸ ਘਾਲਣਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹ ਲੋਕ ਗਾਥਾਵਾਂ ਨੂੰ ਇਕੱਤਰ ਕਰਕੇ ਇੱਕ ਖਾਸ ਛੰਦਬੰਦੀ ਵਿੱਚ ਪਰੋ ਕੇ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦੇ ਜਿਹੀਆਂ ਪਰਪੱਕ ਆਵਾਜ਼ਾਂ 'ਚ ਰਿਕਾਰਡ ਕਰਵਾ ਕੇ ਲੋਕ ਗਾਥਾਵਾਂ ਤੇ ਲੋਕ ਤੱਥਾਂ ਦੀ ਇੱਕ ਲਾਇਬ੍ਰੇਰੀ ਜ਼ਰੂਰ ਸਥਾਪਿਤ ਕਰ ਦਿੱਤੀ ਹੈ ਤੇ ਇਸ ਲਾਇਬ੍ਰੇਰੀ ਦਾ ਲਾਇਬ੍ਰੇਰੀਅਨ ਖੁਦ ਦੇਵ ਤਰੀਕੇ ਵਾਲਾ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਦੇਵ ਤਰੀਕਿਆਂ ਵਾਲੇ ਵੱਲੋਂ ਉਸਾਰੀ ਗਈ ਇਹ ਲਾਇਬ੍ਰੇਰੀ ਚਾਨਣ ਵੰਡੇਗੀ ਤੇ ਖੋਜ ਦੇ ਵਿਦਿਆਰਥੀਆਂ ਲਈ ਭਰਪੂਰ ਮਸਾਲਾ ਮੁਹੱਈਆ ਕਰਵਾਏਗੀ। ਦੇਵ ਇੱਕ ਸੁਹਿਰਦ ਅਧਿਆਪਕ ਦੀ ਸੇਵਾ ਨਿਭਾ ਕੇ ਸੇਵਾ ਮੁਕਤ ਹੋਇਆ ਹੈ, ਪਰ ਗੀਤਕਾਰੀ ਦਾ ਸਫ਼ਰ ਜਾਰੀ ਹੈ। ਕਿਤੇ ਕਿਤੇ ਘੱਟ ਸੁਣਨ ਨੂੰ ਵੀ ਮਿਲ ਰਿਹਾ ਹੈ, ਪਰ ਅਖਬਾਰਾਂ ਵਿੱਚ ਬਰਾਬਰ ਪੜ੍ਹਨ ਨੂੰ ਮਿਲ ਰਿਹਾ ਹੈ। ਦੇਵ ਵਰਗੀਕਰਨ ਚੋਂ ਬਾਹਰ ਹੈ ਕਿਉਂਕਿ ਦੇਵ ਦੇ ਗੀਤ ਹਰ ਵਰਗ ਦੀ ਤਰਜਮਾਨੀ ਕਰਦੇ ਹਨ, ਦੇਸ਼ ਵਿਦੇਸ਼ ਵਿੱਚ ਬਰਾਬਰ ਦੀ ਮਾਨਤਾ ਰੱਖਦੇ ਹਨ। ਅੱਜ ਦੇਵ ਨਵੇਂ ਗੀਤਕਾਰਾਂ ਲਈ ਇੱਕ ਚਾਨਣ ਮੁਨਾਰਾ ਹੈ ਤੇ ਨਵੇਂ ਗੀਤਕਾਰਾਂ ਨੂੰ ਦੇਵ ਤੋਂ ਸੇਧ ਲੈਣੀ ਚਾਹੀਦੀ ਹੈ। ਮਹਾਂਪੁਰਸ਼ਾਂ ਵਾਂਗ ਅਜਿਹੇ ਕੱਦਾਵਰ ਗੀਤਕਾਰ ਵੀ ਕਦੇ-ਕਦਾਈ ਹੀ ਕੁੱਖਾਂ 'ਚ ਪਨਪਦੇ ਹਨ। ਜੇ ਘੱਟ ਤੋਂ ਘੱਟ ਸ਼ਬਦਾਂ 'ਚ ਦੇਵ ਬਾਰੇ ਗੱਲ ਕਰਨੀ ਹੋਵੇ ਤਾਂ ਉਹ
यारां दा यार है। अगला लेख डॉक्टर दर्शन सिंह आष्ट का लिखिया हुआ है। हरदेव दिलगीर दी बाल ਸਾਹਿਤ रचना। हरदेव दिलगीर एक अध्यापक की हैसियत विच अपनी सेवा मुक्ति तक विद्यार्थियों नाल ही विचरदा रहा है। ਵੱਖ-ਵੱਖ उम्र जुट दे बच्चे उहदे संपर्क विच रहे हैं। इस कारण उसनूं बाल मनोविग्यान के नज़रिए तो बालां दीआं बहुपੱਖੀ रुचियां, लोड़ां ते समस्यावां दा ਵਧੇਰੇ ਡੂੰਘਾ अनुभव है। उसके समुचे बाल ਸਾਹਿਤ ਦਾ ਲੇਖਾ ਜੋਖਾ ਕਰਨ ਲਈ ਅਸੀਂ ਉਹਦੀ बाल ਸਾਹਿਤ ਰਚਨਾ ਨੂੰ ਹੇਠ ਲਿਖੇ ਭਾਗਾਂ 'ਚ ਵੰਡ ਸਕਦੇ ਹਾਂ। ਪਹਿਲਾ, ਵਿਸ਼ਾ ਵਸਤੂ। ਵਿਸ਼ਾ ਵਸਤੂ ਦੀ ਦ੍ਰਿਸ਼ਟੀ ਤੋਂ ਦਿਲਗੀਰ ਦੇ ਬਾਲ ਸਾਹਿਤ ਦਾ ਸਰਵੇਖਣ ਕਰਨ ਤੋਂ ਪਹਿਲਾਂ ਉਹਦਾ ਬਾਲ ਸਾਹਿਤ ਦੋ ਅਹਿਮ ਖੇਤਰਾਂ ਕਾਵ ਤੇ ਕਹਾਣੀ 'ਚ ਵੰਡਿਆ ਮਿਲਦਾ ਹੈ। ਉਸ ਵੱਲੋਂ ਬੱਚਿਆਂ ਲਈ ਸਾਹਿਤ ਦੀ ਰਚਨਾ ਕਰਨ ਦਾ ਸਮਾਂ ਬੀਤੀ ਸਦੀ ਦੇ 6ਵੇਂ ਦਹਾਕੇ ਦੇ ਆਰੰਭ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ। ਉਸ ਸਮੇਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਮੁੱਖ ਸੰਪਾਦਨਾ ਹੇਠ ਪ੍ਰੀਤਨਗਰ ਤੋਂ ਛਪਣ ਵਾਲਾ ਮਾਸਿਕ ਬਾਲ ਰਸਾਲਾ ਬਾਲ ਸੰਦੇਸ਼ ਖਾਸ ਤੌਰ ਤੇ ਵਾਹਨ ਬਣਦਾ ਹੈ। ਇਸ ਵਿੱਚ ਦਿਲਗੀਰ ਦੀਆਂ ਅਜਿਹੀਆਂ ਕਵਿਤਾਵਾਂ, ਗੀਤ ਛਪਣ ਲੱਗਦੇ ਹਨ ਜਿਨ੍ਹਾਂ ਦਾ ਸੰਬੰਧ ਪੰਜਾਬੀ, ਪੰਜਾਬ ਤੇ ਪੰਜਾਬੀਅਤ ਨਾਲ ਵਧੇਰੇ ਹੈ। ਇਹਨਾਂ ਵਿੱਚੋਂ ਬੱਚਿਆਂ ਨੂੰ ਕਿਸਾਨ ਦੀ ਸੱਚੀ ਸੁੱਚੀ ਮਿਹਨਤ, ਮੁਸ਼ੱਕਤ ਤੋਂ ਤਾਂ ਜਾਣੂ ਕਰਵਾਉਂਦਾ ਹੀ ਹੈ, ਨਾਲ ਹੀ ਕਵੀ ਦੇ ਪ੍ਰੇਰਨਾ ਭਰੇ ਬੋਲ ਕਿਸਾਨ ਲਈ ਹੱਲਾਸ਼ੇਰੀ ਦਾ ਕਾਰਨ ਵੀ ਬਣਦੇ ਹਨ। ਮਾਸਿਕ ਬਾਲ ਸੰਦੇਸ਼ ਨਵੰਬਰ 1960 ਵਿੱਚ ਪ੍ਰਕਾਸ਼ਿਤ ਇੱਕ ਬਾਲ ਕਵਿਤਾ ਹਾਲੀ ਦਾ ਗੀਤ ਦਾ ਪਹਿਲਾ ਬੰਦ ਮੇਰੇ ਇਸ ਕਥਨ ਦੀ ਪੁਸ਼ਟੀ ਕਰਦਾ ਹੈ। ਸ਼ਾਵਾ ਪਈ ਸ਼ਾਵਾ, ਬੱਲੇ ਪਈ ਬੱਲੇ, ਦੱਬ ਕੇ ਤੂੰ ਵਾਈ ਚੱਲ, ਅੰਨ ਨੂੰ ਉਗਾਈ ਚੱਲ, ਦੇਸ਼ ਵਿੱਚੋਂ ਭੁੱਖ ਨੂੰ ਤੂੰ ਦੂਲਿਆ ਨਠਾਈ ਚੱਲ। ਬੱਚਿਆਂ ਨੂੰ ਕਾਵਮਈ ਰੂਪ ਵਿੱਚ ਉਹਨਾਂ ਦੀ ਸੱਭਿਆਚਾਰਕ ਵਿਰਾਸਤ ਬਾਰੇ ਸਮਝਾਉਣਾ ਦਿਲਗੀਰ ਦੀ ਬਾਲ ਸਾਹਿਤ ਰਚਨਾ ਦਾ ਮੀਰੀ ਗੁਣ ਹੈ। ਖੇਤੀ ਕੰਮ ਕਰਦੀਆਂ ਮੁਟਿਆਰਾਂ, ਬਲਦਾਂ ਦੇ ਗਲਾਂ ਵਿੱਚ ਖੜਕਦੀਆਂ ਟੱਲੀਆਂ ਦੀ ਟੁਣਕਾਰ, ਗਿੱਧੇ ਭੰਗੜੇ ਵਿੱਚ ਮਸਤ ਹੋਈ ਜਵਾਨੀ, ਝੂਮਦੀਆਂ ਫਸਲਾਂ ਦਾ ਖੇੜਾ, ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰਨ ਦੀ ਉਸਾਰੀ ਕਰਨ ਦਾ ਜਜ਼ਬਾ, ਇਹਦੇ ਦਰਿਆਵਾਂ ਦੀ ਰਾਖੀ ਤੇ ਖੁਸ਼ਹਾਲੀ ਦੀ ਕਾਮਨਾ, ਬਾਬੇ ਨਾਨਕ ਦੀ ਬਾਣੀ ਦਾ ਆਤਮਿਕ ਸਕੂਨ, ਮਰਦਾਨੇ ਦੀ ਰਬਾਬ ਦਾ ਮਿੱਠਾ ਸੰਗੀਤ, ਖੂਹਾਂ, ਨਦੀਆਂ, ਨਾਲਿਆਂ, ਪਰਬਤਾਂ, ਮੈਦਾਨਾਂ, ਤੀਆਂ, ਤ੍ਰਿੰਝਣਾਂ, ਪਿੱਪਲਾਂ, ਬਰੋਟਿਆਂ, ਲੋਰੀਆਂ, ਸੁਹਾਗ, ਬਾਬਲ, ਧੀਆਂ ਤੇ ਪਿੰਡਾਂ ਕਸਬਿਆਂ ਵਿੱਚ ਲੱਗਦੇ ਮੇਲੇ ਦਿਲਗੀਰ ਦੇ ਬਾਲ ਗੀਤਾਂ ਦਾ ਅੰਗ ਬਣਦੇ ਹਨ। ਇੱਕ ਅਨੁਭਵੀ ਬਾਲ ਸਾਹਿਤ ਲੇਖਕ ਵਜੋਂ ਜਦੋਂ ਪੰਜਾਬ ਦੀ ਸੰਸਕ੍ਰਿਤੀ ਦੇ ਖੂਬਸੂਰਤ ਨਜ਼ਾਰੇ ਬਾਲ ਪਾਠਕਾਂ ਨੂੰ ਦਿਖਾਉਂਦਾ ਹੈ ਤਾਂ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਇਹ ਸਾਹਿਤ ਪੜ੍ਹ ਕੇ ਸਕੂਨ ਮਿਲਦਾ ਹੈ। ਬਾਲ ਸੰਦੇਸ਼ ਦੇ ਅਪ੍ਰੈਲ 1961 ਦੇ ਅੰਕ ਵਿੱਚ ਪ੍ਰਕਾਸ਼ਿਤ ਉਹਦੇ ਇੱਕ ਗੀਤ ਜੋ ਚੰਦਾ ਮਾਮਾ ਡੋਰੀਆ ਪੁਸਤਕ ਵਿੱਚ ਸੁੱਕ ਜਾਨੀ ਗਾਚੀਏ ਨਾਂ ਹੇਠ ਵੀ ਸ਼ਾਮਿਲ ਹੈ, ਵਿੱਚ ਉਹਦਾ ਬਾਲ ਪਾਤਰ ਖੇਡ ਵਿੱਚ ਹੀ ਆਪਣੀ ਫੱਟੀ ਸੁਕਾਉਂਦਾ ਹੋਇਆ ਆਪਣੇ ਵਤਨ ਦੀ ਤਰੱਕੀ ਲਈ ਅਜਿਹਾ ਦ੍ਰਿੜ ਨਿਸ਼ਚਾ ਪ੍ਰਗਟ ਕਰਦਾ ਹੈ। ਵਿਦਿਆ ਮੈਂ ਸਿੱਖ ਕੇ ਜਵਾਨ ਜਦੋਂ ਹੋਵਾਂਗਾ, ਦੇਸ਼ ਵਿੱਚ ਅਮਨਾਂ ਦਾ ਕੰਮ ਉਦੋਂ ਛੋਵਾਂਗਾ। ਹਰਦੇਵ ਦਿਲਗੀਰ ਪਿੰਡ ਦਾ ਜੰਮਪਲ ਹੈ। ਇਸ ਕਰਕੇ ਉਹਨੂੰ ਪਿੰਡ ਦੀ ਰਹਿਤਲ, ਰਸਮਾਂ ਰਿਵਾਜਾਂ, ਖਾਣ ਪੀਣ, ਕਦਰਾਂ ਕੀਮਤਾਂ ਤੇ ਲੋਕ ਖੇਡਾਂ ਦਾ ਪੂਰਾ ਗਿਆਨ ਹੈ। ਪੰਜਾਬ ਦੀਆਂ ਵੰਨ ਸੁਵੰਨੀਆਂ ਲੋਕ ਖੇਡਾਂ ਨੂੰ ਉਹਨੇ ਦੇਸ਼ ਦੇ ਨੰਨੇ ਮੁੰਨੇ ਬੱਚਿਆਂ ਨੂੰ ਸਮਰਪਿਤ ਆਪਣੀ ਇੱਕ ਬਾਲ ਸਾਹਿਤ ਪੁਸਤਕ ਚੰਦ ਮਾਮਾ ਡੋਰੀਆ ਵਿੱਚ 28 ਕਵਿਤਾਵਾਂ ਦੇ ਰੂਪ 'ਚ ਪ੍ਰਗਟਾਇਆ ਹੈ। ਇਹ ਪੇਂਡੂ ਬਾਲਾਂ ਵੱਲੋਂ ਖੇਡਦੇ ਸਮੇਂ ਨਾਲੋਂ ਨਾਲ ਗਾਏ ਜਾਣ ਵਾਲੇ ਗੀਤਾਂ ਦੇ ਮੁਖੜਿਆਂ ਤੇ ਆਧਾਰਿਤ ਹਨ। ਇਹਨਾਂ ਮੁਖੜਿਆਂ ਨੂੰ ਅੱਗੋਂ ਉਹਨੇ ਆਪਣੀ ਮੌਲਿਕਤਾ ਦੀ ਛੋਹ ਨਾਲ ਅਜਿਹੇ ਸੂਤਰ ਵਿੱਚ ਬੰਨ੍ਹ ਦਿੱਤਾ ਹੈ ਕਿ ਪੂਰੇ ਦਾ ਪੂਰਾ ਗੀਤ ਵੀ ਲੋਕ ਗੀਤ ਵਰਗਾ ਆਨੰਦ ਦਿੰਦਾ ਹੈ। ਇਹ ਕਵੀ ਦੀ ਚੇਤਨਤਾ ਦਾ ਕਮਾਲ ਹੈ ਕਿ ਉਹਨੇ ਜੋ ਵਾਧਾ ਕੀਤਾ ਹੈ ਉਹਦਾ ਸੰਬੰਧ ਬਾਲ ਪਾਠਕਾਂ ਦੀ ਸ਼ਖਸੀਅਤ ਉਸਾਰੀ ਨਾਲ ਜੁੜਦਾ ਹੈ।
ਚੰਦ ਮਾਮਾ ਡੋਰੀਆ ਕੋਠੇ ਤੇ ਤੂੜੀ, ਚਿੜੀਏ ਚਿੜੀਏ ਢੋਲ ਵਜਾ, ਸੁਣ ਬਈ ਗੋਲੇ ਸੁਣ ਬਈ ਬਿੱਟੂ, ਕਾਲਾ ਚੋਰ ਆਇਆ ਸੀ, ਕਾਵਾਂ ਕਾਵਾਂ ਢੋਲ ਵਜਾ, ਕਾਕਾ ਕਾਕਾ ਇੱਕ ਦੂਣੀ ਦੂਣੀ, ਕਿੱਕਲੀ ਕਲੀਰ ਦੀ, ਅੱਲੜ ਬੱਲੜ ਬਾਵੇ ਦਾ, ਉੱਕੜ ਦੁੱਕੜ ਇੰਗਣ ਮਿੰਗਣ ਤੇ ਗੋਰੀ ਗਾਂ ਗੁਲਾਬੀ ਵੱਛਾ ਵਿੱਚ ਬਾਲ ਜਜ਼ਬਿਆਂ ਦੀ ਤਰਜਮਾਨੀ ਹੋਈ ਹੈ। ਇਹਨਾਂ ਵਿੱਚ ਜੰਗਬਾਜ਼ਾਂ ਨੂੰ ਲਾਹਨਤਾਂ ਪਾਈਆਂ ਗਈਆਂ ਹਨ। ਹੱਕ ਮਾਰਨ ਵਾਲਿਆਂ ਜਾਬਰਾਂ ਦੀ ਨਿੰਦਾ ਪ੍ਰਗਟ ਹੁੰਦੀ ਹੈ। ਭੁੱਖ ਨੰਗ ਭਜਾਉਣ ਲਈ ਬਾਲਾਂ ਨੂੰ ਲਾਮਬੱਧ ਹੋਣ ਲਈ ਪ੍ਰੇਰਿਤ ਕੀਤਾ ਗਿਆ, ਪਰ ਇਸ ਦੇ ਨਾਲ ਹੀ ਕਵੀ ਸੋਹਜ ਦਾ ਪੱਲਾ ਹੱਥੋਂ ਨਹੀਂ ਜਾਣ ਦਿੰਦਾ। ਹਰਦੇਵ ਦਿਲਗੀਰ ਆਪਣੇ ਗੀਤਾਂ ਵਿੱਚ ਅਮਨ ਸ਼ਾਂਤੀ ਦੀ ਸਥਾਪਤੀ ਦਾ ਲੋਚਕ ਹੈ। ਉਹ ਆਪਣੇ ਵਤਨ ਦੀ ਰਾਖੀ ਤੇ ਤਿਰੰਗੇ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਬਾਲ ਪਾਠਕ ਨੂੰ ਤਨ ਮਨ ਤੇ ਧਨ ਨਿਛਾਵਰ ਕਰਨ ਦੀ ਪ੍ਰੇਰਨਾ ਦਿੰਦਾ ਹੈ, ਕਿਉਂਕਿ ਕਵੀ ਦੀ ਨਜ਼ਰ ਵਿੱਚ ਆਜ਼ਾਦੀ ਐਵੇਂ ਹੀ ਪ੍ਰਾਪਤ ਨਹੀਂ ਹੋਈ ਹੈ। ਮਾਸਿਕ ਪੰਖੜੀਆਂ ਦੇ ਅਗਸਤ 2000 ਅੰਕ ਵਿੱਚ ਪ੍ਰਕਾਸ਼ਿਤ ਉਹਦੀ ਇੱਕ ਬਾਲ ਕਵਿਤਾ ਦੇਸ਼ ਦੀ ਆਜ਼ਾਦੀ ਵਿੱਚ ਉਹਦਾ ਇਹੋ ਸੰਦੇਸ਼ ਸੰਚਾਰ ਹੋ ਰਿਹਾ ਪ੍ਰਤੀਤ ਹੁੰਦਾ ਹੈ। ਅਸੀਂ ਲਈ ਹੈ ਆਜ਼ਾਦੀ ਮਹਿੰਗਾ ਮੁੱਲ ਤਾਰ ਕੇ, ਲੱਖਾਂ ਝੱਲ ਕੇ ਮੁਸੀਬਤਾਂ ਤੇ ਜਿੰਦਾਂ ਵਾਰ ਕੇ, ਅਸੀਂ ਕਿਸੇ ਕੋਲੋਂ ਲਈ ਨਾ ਏ ਮੰਗਵੀ ਉਧਾਰੀ, ਸਾਡੇ ਦੇਸ਼ ਦੀ ਆਜ਼ਾਦੀ ਸਾਨੂੰ ਜਾਨ ਤੋਂ ਪਿਆਰੀ। ਹਰਦੇਵ ਦਿਲਗੀਰ ਦੀ ਇੱਕ ਹੋਰ ਪੁਸਤਕ ਪਾਪਾਂ ਦਾ ਫਲ ਦਿਲਚਸਪ ਕਹਾਣੀਆਂ ਨਾਲ ਹੀ ਸੰਬੰਧਿਤ ਹੈ। ਉਹਦੀਆਂ ਬਾਲ ਕਹਾਣੀਆਂ ਬਾਲ ਪਾਠਕ ਨੂੰ ਜੀਵਨ ਦੀਆਂ ਗਲਤ ਕਦਰਾਂ ਕੀਮਤਾਂ ਤੇ ਬੁਰਾਈਆਂ ਦਾ ਤਿਆਗ ਕਰਕੇ ਉੱਚੇ ਸੁੱਚੇ ਆਦਰਸ਼ ਅਪਣਾਉਣ ਉੱਪਰ ਬਲ ਦਿੰਦੀਆਂ ਹਨ। ਇਹਨਾਂ ਦਾ ਵਿਸ਼ਾ ਵਸਤੂ ਵੀ ਮਨੁੱਖੀ ਸਮਾਜ ਵਿੱਚੋਂ ਲਿਆ ਗਿਆ ਹੈ। ਹਰਦੇਵ ਦੀਆਂ ਬਾਲ ਕਹਾਣੀਆਂ ਦਾ ਵਿਸ਼ੇਸ਼ ਪੱਖ ਇਹ ਹੈ ਕਿ ਉਹ ਭਾਵੇਂ ਜਨੌਰਾਂ ਨਾਲ ਸੰਬੰਧਿਤ ਹਨ, ਪਰੰਤੂ ਪ੍ਰਤੀਕਾਤਮਕ ਰੂਪ ਵਿੱਚ ਉਹ ਮਨੁੱਖ ਦੇ ਆਚਰਣ ਨੂੰ ਹੀ ਪ੍ਰਗਟ ਕਰਦੀਆਂ ਦਿਖਾਈ ਦਿੰਦੀਆਂ ਹਨ। ਉਸਨੇ ਪੰਜਾਬੀ ਦੀਆਂ ਕਈ ਪ੍ਰਚਲਿਤ ਲੋਕ ਕਹਾਣੀਆਂ ਨੂੰ ਪੁਨਰ ਕਥਨ ਵਜੋਂ ਪੇਸ਼ ਕੀਤਾ ਹੈ। ਮਾਸਿਕ ਬਾਲ ਸੰਦੇਸ਼ ਦੇ ਅਕਤੂਬਰ 1961 ਦੇ ਅੰਕ ਵਿੱਚ ਪ੍ਰਕਾਸ਼ਿਤ ਉਹਦੀ ਇੱਕ ਬਾਲ ਕਹਾਣੀ ਇੱਕ ਸੀ ਕਾਟੋ ਇੱਕ ਸੀ ਲੂੰਬੜ ਅਜਿਹੀ ਹੀ ਬਾਲ ਕਹਾਣੀ ਹੈ। ਇਸ ਕਹਾਣੀ ਦਾ ਕਥਾਨਕ ਭਾਵੇਂ ਬਾਂਦਰ ਤੇ ਮਗਰਮੱਛ ਦੀ ਪ੍ਰਚਲਿਤ ਕਹਾਣੀ ਵਾਲਾ ਹੀ ਹੈ, ਪਰ ਹਰਦੇਵ ਨੇ ਨਵੇਂ ਯੁੱਗ ਦੀ ਲੋੜ ਅਨੁਸਾਰ ਇਹਨਾਂ ਪਾਤਰਾਂ ਨੂੰ ਕਾਟੋ ਤੇ ਲੂੰਬੜ ਦੇ ਰੂਪ ਵਿੱਚ ਵਰਤ ਕੇ ਪੇਂਡੂ ਮੁਹਾਵਰੇ ਵਿੱਚ ਢਾਲਣ ਦਾ ਚੰਗਾ ਉਪਰਾਲਾ ਕੀਤਾ ਹੈ। ਇਸ ਪ੍ਰਕਾਰ ਵੰਨ ਸੁਵੰਨੇ ਵਿਸ਼ਿਆਂ ਦੀ ਪੇਸ਼ਕਾਰੀ ਕਰਨ ਵਾਲਾ ਹਰਦੇਵ ਦਿਲਗੀਰ ਦਾ ਬਾਲ ਸਾਹਿਤ ਬਾਲ ਮਨ ਦੀਆਂ ਮਾਨਸਿਕ ਲੋੜਾਂ ਦੀ ਪੂਰਤੀ ਕਰਦਾ ਹੈ। ਦੂਸਰਾ ਭਾਗ ਹੈ ਸ਼ਿਲਪ ਵਿਧਾਨ। ਹਰਦੇਵ ਦਿਲਗੀਰ ਰਚਿਤ ਬਾਲ ਸਾਹਿਤ ਦਾ ਸ਼ਿਲਪਗਤ ਅਧਿਐਨ ਕਰਦਿਆਂ ਇਹ ਤੱਥ ਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਉਹ ਪੇਂਡੂ ਮੁਹਾਵਰੇ ਵਿੱਚ ਆਪਣੀ ਗੱਲ ਵਧੇਰੇ ਸਾਰਥਕ ਢੰਗ ਨਾਲ ਬਾਲਾਂ ਤੱਕ ਪਹੁੰਚਾਉਂਦਾ ਹੈ। ਉਹਦੇ ਬਾਲ ਸਾਹਿਤ ਵਿੱਚ ਛੋਟੀ ਉਮਰ ਦੇ ਬਾਲ ਪਾਤਰ ਹੀ ਬਹੁਤਾ ਕਰਕੇ ਕਾਰਜਸ਼ੀਲ ਰਹਿੰਦੇ ਹਨ। ਚਿੜੀਆਂ ਘੁੱਗੀਆਂ ਲੂੰਬੜ ਕਾਟੋ ਤੋਤੇ ਮੋਰ ਤੇ ਕਾਵਾਂ ਵਰਗੇ ਜਨੌਰ ਪਾਤਰਾਂ ਤੋਂ ਇਲਾਵਾ ਪਰੀਆਂ ਦੈਂਤ ਆਦਿ ਪ੍ਰਾਭੌਤਿਕ ਪਾਤਰ ਵੀ ਆਪੋ ਆਪਣੇ ਚੰਗੇ ਮੰਦੇ ਕਾਰਜ ਕਰਦੇ ਦਿਖਾਈ ਦਿੰਦੇ ਹਨ। ਕਿਧਰੇ ਚੰਦ ਤਾਰੇ ਬੱਦਲ ਰੁੱਖ ਸੂਰਜ ਆਦਿ ਮਨੁੱਖਾਂ ਦੀ ਭਾਂਤੀ ਇੱਕ ਦੂਜੇ ਨਾਲ ਆਪਣੇ ਉਦਗਾਰ ਪ੍ਰਗਟ ਕਰਦੇ ਹਨ ਤੇ ਕਿਧਰੇ ਫੌਜੀ ਅਤੇ ਕਿਸਾਨ ਆਪਣੇ ਵਤਨ ਦੀ ਬਹੁਪੱਖੀ ਉਸਾਰੀ ਵਿੱਚ ਹਿੱਸਾ ਪਾਉਣ ਲਈ ਸੰਘਰਸ਼ ਕਰਦੇ ਨਜ਼ਰ ਆਉਂਦੇ ਹਨ। ਦਿਲਗੀਰ ਸਮਾਜਿਕ ਰਿਸ਼ਤਾ ਨਾਤਾ ਪ੍ਰਣਾਲੀ ਵੀ ਬੱਚਿਆਂ ਅੰਦਰ ਚੇਤਨਾ ਜਗਾਉਂਦਾ ਹੈ। ਉਹਦੇ ਬਾਲ ਗੀਤਾਂ ਵਿੱਚ ਅਕਸਰ ਮਾਂ ਭਾਬੀ ਭੈਣ ਭਰਾ ਸਹੇਲੀ ਬਾਬਲ ਸੱਸ ਸਹੁਰਾ ਨਣਦ ਦਰਾਣੀ ਜਠਾਣੀ ਵਹੁਟੀ ਨਾਨਾ ਨਾਨੀ ਆਦਿ ਸਮਾਜਿਕ ਰਿਸ਼ਤੇ ਰੂਪਮਾਨ ਹੋ ਕੇ ਆਪਣੇ ਮਹੱਤਵ ਦਰਸਾਉਂਦੇ ਹਨ। ਆਪਣੇ ਸਾਹਿਤਿਕ ਉਸਤਾਦ ਪ੍ਰਸਿੱਧ ਕਹਾਣੀਕਾਰ ਹਰੀ ਸਿੰਘ ਦਿਲਬਰ ਵਾਂਗ ਪੇਂਡੂ ਸ਼ਬਦਾਵਲੀ ਤੇ ਭਾਸ਼ਾ ਦੀ ਉਹ ਇਸ ਤਰ੍ਹਾਂ ਵਰਤੋਂ ਕਰਦਾ ਜਿਵੇਂ ਕੋਈ ਲਿਖਤ ਨਾ ਪੜ੍ਹ ਰਿਹਾ ਹੋਵੇ, ਸਗੋਂ ਸਹਿਜ ਸੁਭਾਵਕ ਢੰਗ ਨਾਲ ਕੋਈ ਗੱਲ ਕਰ ਰਿਹਾ ਹੋਵੇ। ਉਹਦੀ ਸ਼ਬਦਾਵਲੀ ਤੇ ਸ਼ਬਦਾਂ ਦੀ ਚੋਣ ਪ੍ਰਚਲਿਤ ਮੁਹਾਵਰੇ ਵਿੱਚੋਂ ਲਈ ਹੁੰਦੀ ਹੈ। ਉਹਦੀਆਂ ਅਨੇਕ ਬਾਲ ਕਵਿਤਾਵਾਂ ਤੇ ਗੀਤਾਂ ਵਿੱਚ ਆਏ ਸ਼ਬਦ ਕੋਠਾ ਤੂੜੀ ਪੌਣੀ ਖੂਹ ਚਰਖੀ ਨਸੂੜਾ ਗਲੋਟਾ ਆਨਾ ਗਿੱਧਾ ਘੁੱਗੀਆਂ ਚੁੱਲ੍ਹਾ ਬੱਲੀ ਸੌਣ ਪਿੱਪਲੀ ਝੂਟੇ ਵੰਗਾਂ ਬਾਬਲ
ਕਤਣੀ ਗੀਟੜੇ ਗੁੱਡੀਆਂ ਪਟੋਲੇ ਤੱਪੜ ਬਾਣੀਆਂ ਪੀੜਾ ਸੇਵੀਆਂ ਫੁਲਕਾਰੀ ਗੋਟਾ ਗੀਗਾ ਸੰਗਲ ਗੱਡੀ ਤੇ ਝੱਗਾ ਆਦਿ ਦਰਜਨਾਂ ਸ਼ਬਦ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਹੋਏ ਬਾਲ ਪਾਠਕਾਂ ਦੇ ਸ਼ਬਦ ਗਿਆਨ ਭੰਡਾਰ ਵਿੱਚ ਉਚਿਤ ਵਾਧਾ ਕਰਦੇ ਹਨ। ਕਈ ਵਾਰੀ ਸਧਾਰਨ ਢੰਗ ਨਾਲ ਗੱਲ ਕਹਿਣ ਦੀ ਥਾਂ ਦਿਲਗੀਰ ਬਾਲ ਸਾਹਿਤ ਵਿੱਚ ਹਲਕੇ ਫੁਲਕੇ ਪ੍ਰਤੀਕ ਵਰਤਨ ਦੀ ਵੀ ਖੁੱਲ੍ਹ ਲੈ ਲੈਂਦਾ ਹੈ। ਇਸ ਸੰਦਰਭ ਵਿੱਚ ਉਸਦੀ ਇੱਕ ਕਵਿਤਾ ਚਿੜੀਏ ਢੋਲ ਵਜਾ ਵਿੱਚ ਇਹ ਸਤਰਾਂ ਖਾਸ ਤੌਰ 'ਤੇ ਪ੍ਰਸੰਗਿਕ ਬਣਦੀਆਂ ਹਨ। ਚਿੜੀ ਵਿਚਾਰੀ ਕਿਉਂ ਰੋਵੇ, ਅੱਖੋਂ ਅੱਥਰੂ ਕਿਉਂ ਚੋਵੇ, ਜੰਗ ਬਾਜ਼ਾਂ ਤੋਂ ਡਰਦੀ ਏ ਤਾਈਓਂ ਹੌਕੇ ਭਰਦੀ ਏ। ਇਸ ਕਵਿਤਾ ਵਿੱਚ ਚਿੜੀ ਇੱਕ ਨਿਮਾਣੀ ਮਜ਼ਲੂਮ ਭੋਲੀ ਭਾਲੀ ਤੇ ਮਾਸੂਮ ਔਰਤ ਦੀ ਪ੍ਰਤੀਕ ਹੈ, ਜਿਹਦੇ ਸਿਰ ਤੇ ਐਟਮ ਬੰਬਾਂ ਦਾ ਖਤਰਾ ਮੰਡਰਾਇਆ ਹੋਇਆ ਹੈ। ਆਪਣੇ ਢਿੱਡੋਂ ਜਾਏ ਨਿਆਣਿਆਂ ਦੀਆਂ ਮਾਸੂਮ ਜਾਨਾਂ ਚਲੇ ਜਾਣ ਦੇ ਡਰ ਦੀ ਖੌਫਨਾਕ ਕਲਪਨਾ ਕਰਕੇ ਉਹਦਾ ਸਾਹ ਸੂਤਿਆ ਜਾ ਰਿਹਾ ਹੈ। ਦਿਲਗੀਰ ਦੀਆਂ ਅਜਿਹੀਆਂ ਕਈ ਹੋਰ ਕਵਿਤਾਵਾਂ ਉਸ ਸਮੇਂ ਦੀ ਉਪਜ ਹਨ ਜਦੋਂ ਭਾਰਤ ਨਾਲ ਕੁਝ ਇੱਕ ਦੇਸ਼ਾਂ ਦੇ ਸਬੰਧ ਸੁਖਾਵੇਂ ਨਹੀਂ ਸਨ ਤੇ ਜੰਗੀ ਖਤਰੇ ਦੇ ਬੱਦਲ ਮੰਡਰਾ ਰਹੇ ਸਨ। ਇਹਨਾਂ ਕਵਿਤਾਵਾਂ ਵਿੱਚ ਉਸ ਵੱਲੋਂ ਕੀਤੀ ਵਿਸ਼ਵ ਸ਼ਾਂਤੀ ਲਈ ਅਰਦਾਸ ਸ਼ਾਮਲ ਹੈ। ਹਰਦੇਵ ਦਿਲਗੀਰ ਦੇ ਬਾਲ ਗੀਤ ਤੇ ਕਵਿਤਾਵਾਂ ਵਿੱਚ ਰਵਾਨੀ ਹੈ, ਰਸ ਤੇ ਸੰਗੀਤ ਹੈ। ਉਹਨੂੰ ਤੋਲ ਤੁਕਾਂਤ ਦੀ ਪੂਰੀ ਸੂਝ ਹੈ। ਪੰਖੜੀਆਂ, ਪ੍ਰਾਇਮਰੀ ਸਿੱਖਿਆ ਤੇ ਪੰਜਾਬੀ ਟ੍ਰਿਬਿਊਨ ਵਰਗੇ ਪੱਤਰਿਕਾਵਾਂ ਵਿੱਚ ਛਪਦੀਆਂ ਉਹਦੀਆਂ ਦਰਜਨਾਂ ਕਾਵਿ ਲਿਖਤਾਂ ਬਾਲ ਮਨਾਂ ਦੀਆਂ ਹਾਣੀ ਬਣ ਕੇ ਉਹਨਾਂ ਦੀ ਸ਼ਖਸੀਅਤ ਦੇ ਵਿਕਾਸ ਵਿੱਚ ਹਿੱਸਾ ਪਾਉਂਦੀਆਂ ਹਨ। ਉਸ ਦੀਆਂ ਬਾਲ ਕਵਿਤਾਵਾਂ ਬਾਲਾਂ ਨੂੰ ਆਪਣੇ ਆਲੇ ਦੁਆਲੇ ਦੀ ਸੋਝੀ ਕਰਾਉਂਦੀਆਂ ਹਨ, ਕਈ ਰਸਾਂ ਦਾ ਆਨੰਦ ਦਿੰਦੀਆਂ ਹਨ ਤੇ ਆਦਰਸ਼ ਜੀਵਨ ਜਾਚ ਅਪਣਾਉਣ ਦਾ ਬਲ ਦਿੰਦੀਆਂ ਹਨ। ਉਸ ਦੀਆਂ ਬਾਲ ਕਹਾਣੀਆਂ ਮੁਹਾਵਰਿਆਂ ਨਾਲ ਸ਼ਿੰਗਾਰੀਆਂ ਹੋਈਆਂ ਹਨ, ਛੋਟੇ ਛੋਟੇ ਪਰੰਤੂ ਚੁਸਤ ਵਾਕਾਂ ਤੇ ਸੰਗਠਿਤ ਕਥਾਨਕ ਵਿੱਚ ਬੱਝੀਆਂ ਹੋਈਆਂ ਹਨ। ਉਸਨੇ ਇੱਕ ਸੁਚੇਤ ਅਤੇ ਜ਼ਿੰਮੇਵਾਰ ਬਾਲ ਸਾਹਿਤ ਲੇਖਕ ਵਜੋਂ ਨਵੀਂ ਪਨੀਰੀ ਦੇ ਹਿੱਤਾਂ ਦੀ ਰਾਖੀ ਕਰਕੇ ਉਹਨਾਂ ਦਾ ਮਨੋਰੰਜਨ ਵੀ ਕੀਤਾ ਹੈ। ਮਾਂ ਬੋਲੀ ਪੰਜਾਬੀ ਦੇ ਇਸ ਖੇਤਰ ਦੇ ਪਛੜੇਪਣ ਨੂੰ ਦੂਰ ਕਰਨ ਵਿੱਚ ਸਾਰਥਕ ਭੂਮਿਕਾ ਨਿਭਾਈ ਹੈ। ਪੰਜਾਬੀ ਬਾਲ ਸਾਹਿਤ ਨੂੰ ਦਿਲਗੀਰ ਦੀ ਕਲਮ ਤੋਂ ਭਰਪੂਰ ਆਸਾਂ ਹਨ।